ਤੂੰ ਸਮਰੱਥ ਅਕਥ ਅਗੋਚਰ। ਜੀਉ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ ਸਦਾ। ਨਾਨਕ ਕੀ ਅਰਦਾਸ। ਧੰਨ ਵਾਹਿਗੁਰੂ ਸਾਹਿਬ ਜੀ। ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜੈ ਨਾਦ। ਆਪ ਨਾਥ ਨਾਥੀ ਸਭ ਜਾ ਕੀ, ਰਿੱਧ ਸਿੱਧ ਅਵਰਾ ਸਾਧ। ਸੰਜੋਗ ਵਿਜੋਗ ਦੋਏ ਕਾਰ ਚਲਾਵਹਿ, ਲਿਖੈ ਆਵੈ ਭਾਗ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ, ਆਦ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅੰਮ੍ਰਿਤਮਈ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਨਿਤਾ ਪ੍ਰਤੀ ਸਾਂਝ ਬਣਾ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ, ਅਕਾਲ ਪੁਰਖ ਜੀ ਨੇ ਅਪਾਰ ਬਖਸ਼ਿਸ਼ ਕਰਦਿਆਂ ਹੋਇਆਂ ਆਪਾਂ ਸਾਰਿਆਂ ਨੂੰ ਹੀ ਇਹ ਉਦਮ ਬਲ ਬਖਸ਼ਿਸ਼ ਕੀਤਾ ਹੈ, ਜਿਸ ਸਦਕਾ ਰਲ ਮਿਲ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਜਪ ਦੀ ਲੜੀਵਾਰ ਵਿਚਾਰ ਵਿਆਖਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਮੁੱਢਲੇ ਅਸੂਲ ਅਤੇ ਵਿਚਾਰ ਨੂੰ ਸਮਝਣ ਦਾ ਆਪਾਂ ਯਤਨ ਕਰ ਰਹੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਉਚਾਰਨ ਕੀਤੀ ਇਸ ਮਹਾਨ ਪਾਵਨ ਬਾਣੀ ਦੀਆਂ ਪਹਿਲੀਆਂ 28 ਪੌੜੀਆਂ ਜਿਹੜੀਆਂ ਹਨ, ਤਿੰਨਾਂ ਦੀ ਵਿਚਾਰ ਵਿਆਖਿਆ ਆਪ ਜੀ ਨੇ ਪਹਿਲੇ ਦੀਵਾਨਾਂ ਦੇ ਅੰਦਰ ਬੜੇ ਸਤਿਕਾਰ ਪਿਆਰ ਔਰ ਇਕਾਗਰਤਾ ਦੇ ਨਾਲ ਸ਼ਰਵਣ ਕੀਤੀ ਹੈ। ਜਿਸ ਪਾਵਨ ਪੌੜੀ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ, ਇਹ ਜਪ ਬਾਣੀ ਦੀ ਤਰਤੀਬ ਦੇ ਵਿੱਚ 29 ਨੰਬਰ ਪੌੜੀ ਹੈ। ਇਸ ਤੋਂ ਪਹਿਲਾਂ ਜਿਸ ਪੌੜੀ ਦਾ ਪਾਠ ਔਰ ਵਿਚਾਰ ਆਪ ਜੀ ਨੇ ਸੁਣੀ ਹੈ, ਜਿਸ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜ਼ਿਕਰ ਕਰਦਿਆਂ ਹੋਇਆਂ ਜੋਗੀਆਂ ਦੇ ਅਕੀਦੇ ਦੇ ਨਾਲ ਸੰਬੰਧਿਤ, ਜੋਗ ਦੀ ਧਾਰਨਾ ਦੇ ਨਾਲ ਸੰਬੰਧਿਤ ਜੋ ਕੁਝ ਚੀਜ਼ਾਂ ਸਨ, ਭਾਵੇਂ ਉਹ ਪਹਿਰਾਵੇ ਦੇ ਰੂਪ ਵਿੱਚ ਹਨ, ਭਾਵੇਂ ਉਹ ਉਹਨਾਂ ਦੀਆਂ ਜੁਗਤਾਂ ਜਾਂ ਉਹਨਾਂ ਦੇ ਵਿੱਚ ਵਿਹਾਰ ਦੇ ਰੂਪ ਵਿੱਚ ਹਨ, ਤਿੰਨਾਂ ਦਾ ਜ਼ਿਕਰ ਕਰਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਸੁਨੇਹਾ ਬਖਸ਼ਿਸ਼ ਕੀਤਾ ਸੀ, ਮੁੰਦਾਂ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰਹਿ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਇਸੇ ਤਰ੍ਹਾਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਇਸ ਵਿਚਾਰ ਲੜੀ ਨੂੰ ਅਗੇਰੇ ਤੋਰਦਿਆਂ ਹੋਇਆਂ ਜਿਸ ਪਾਵਨ ਪੌੜੀ ਦਾ ਪਾਠ ਆਪ ਸਰਬੱਤ ਸੰਗਤ ਨੇ ਸ਼ਰਵਣ ਕੀਤਾ ਹੈ, ਇਸ ਪਾਵਨ ਪੌੜੀ ਦੇ ਅੰਦਰ ਅਗਲੇਰੀ ਵਿਚਾਰ ਸਤਿਗੁਰੂ ਜੀ ਸਾਨੂੰ ਦੱਸਣ ਦੀ ਕਿਰਪਾਲਤਾ ਕਰ ਰਹੇ ਹਨ। ਜੋਗੀਆਂ ਦੇ ਅੰਦਰ ਇੱਕ ਨੇਮ ਚੱਲਦਾ ਹੈ ਕਿ ਜੋਗੀਆਂ ਦੇ ਅੰਦਰ ਇੱਕ ਪ੍ਰਸ਼ਾਦ ਵੰਡਿਆ ਜਾਂਦਾ ਹੈ, ਜਿਸ ਨੂੰ ਚੂਰਮਾ ਕਹਿੰਦੇ ਹਨ। ਦੇਸੀ ਘਿਓ ਦੇ ਵਿੱਚ ਬਣਿਆ ਹੋਇਆ ਇਤਿਆਦਿਕ ਜੋ ਇੱਕ ਪੌਸ਼ਟਿਕ ਕਿਸਮ ਦਾ ਪਦਾਰਥ ਹੈ, ਸਿਹਤ ਵਾਸਤੇ ਚੰਗਾ ਜੋਗੀਆਂ ਦੇ ਵਿੱਚ ਮੰਨਿਆ ਜਾਂਦਾ ਹੈ, ਉਹ ਪ੍ਰਸ਼ਾਦ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ। ਕੁਝ ਵਿਦਵਾਨਾਂ ਦਾ ਐਸਾ ਖਿਆਲ ਵੀ ਹੈ, ਜੋਗੀ ਜਦੋਂ ਖੱਪਰ ਲੈ ਕੇ ਝੋਲੀ ਪਾ ਕੇ ਇਤਿਆਦਿਕ ਆਪਣੇ ਪਹਿਰਾਵੇ ਸਮੇਤ ਜਦੋਂ ਮੰਗਣ ਵਾਸਤੇ ਲੋਕਾਂ ਦੇ ਦਰਵਾਜ਼ਿਆਂ ਤੇ ਜਾਂਦਾ ਹੈ, ਅਲੱਖ ਨਿਰੰਜਨ ਆਖਦਾ ਹੈ, ਉਸ ਘਰ ਦੇ ਵਿੱਚੋਂ ਕੋਈ ਨਾ ਕੋਈ ਜੋ ਕੁਝ ਵੀ ਕਿਸੇ ਦੇ ਕੋਲ ਸਰਦਾ ਬਣਦਾ ਹੈ, ਉਹ ਲਿਆ ਕੇ ਜੋਗੀ ਦੇ ਖੱਪਰ ਵਿੱਚ ਪਾ ਦਿੰਦਾ ਹੈ। ਉਹ ਭੋਜਨ ਪ੍ਰਸ਼ਾਦਾ ਜੋ ਲੋੜ ਮੁਤਾਬਕ ਉਹ ਛਕ ਲੈਂਦੇ ਹਨ, ਜੋ ਬਚ ਜਾਂਦਾ ਹੈ ਉਸ ਨੂੰ ਸੁਕਾ ਲਿਆ ਜਾਂਦਾ ਹੈ, ਔਰ ਉਸ ਨੂੰ ਫਿਰ ਦੇਸੀ ਘਿਓ ਆਦਿਕ ਦੇ ਵਿੱਚ ਬਣਾ ਕੇ ਜਾਂ ਇਸ ਕਿਸਮ ਦਾ ਜਿਹੜਾ ਹੈ ਚੂਰਮਾ ਰਲਿਆ ਮਿਲਿਆ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਹੈ। ਉਸ ਨੂੰ ਪ੍ਰਸ਼ਾਦ ਦੇ ਰੂਪ ਦੇ ਵਿੱਚ ਵੰਡਿਆ ਜਾਂਦਾ ਹੈ, ਖਾਧਾ ਜਾਂਦਾ ਹੈ, ਛਕਿਆ ਔਰ ਛਕਾਇਆ ਜਾਂਦਾ ਹੈ।
ਉਸ ਨੂੰ ਚੂਰਮਾ ਕਹਿੰਦੇ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਵੇਂ ਜੋਗੀ ਦੇ ਕੰਨਾਂ ਵਿੱਚ ਪਈਆਂ ਹੋਈਆਂ ਮੁੰਦਰਾਂ ਦਾ ਸੰਕੇਤ ਵਰਤ ਕੇ ਧਰਮੀ ਜੀਵਨ ਦਾ ਸੁਨੇਹਾ ਦਿੱਤਾ ਹੈ, ਜਿਵੇਂ ਉਹਦੇ ਹੱਥ ਦੇ ਵਿੱਚ ਫੜਿਆ ਹੋਇਆ ਭਿੱਖਿਆ ਮੰਗਣ ਵਾਲਾ ਪੱਤਰ ਵੇਖ ਕੇ, ਉਹਦੇ ਮੋਢੇ ਤੇ ਪਈ ਹੋਈ ਝੋਲੀ ਵੇਖ ਕੇ, ਉਸ ਦੇ ਸਰੀਰ ਤੇ ਪਈ ਹੋਈ ਗੋਦੜੀ ਵੇਖ ਕੇ, ਉਹਦੇ ਹੱਥ ਵਿੱਚ ਪਕੜਿਆ ਹੋਇਆ ਡੰਡਾ ਵੇਖ ਕੇ, ਉਹਦੇ ਸਰੀਰ ਤੇ ਮਲੀ ਹੋਈ ਸਵਾਹ ਵੇਖ ਕੇ, ਇਹ ਸਾਰੇ ਸਤਿਗੁਰੂ ਪਾਤਸ਼ਾਹ ਨੇ ਸੰਕੇਤ ਵਰਤ ਕੇ, ਜੈਸਾ ਜੈਸਾ ਜੋਗੀਆਂ ਦਾ ਪਹਿਰਾਵਾ ਹੈ, ਜੈਸਾ ਉਹਨਾਂ ਦਾ ਵਿਹਾਰ ਹੈ, ਜਿਹੋ ਜਿਹੀਆਂ ਉਹਨਾਂ ਦੀਆਂ ਮਾਨਤਾਵਾਂ ਹਨ, ਉਹਨਾਂ ਸਾਰਿਆਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਸੰਖੇਪ ਤੌਰ ਉੱਤੇ ਜ਼ਿਕਰ ਕਰਕੇ ਉਪਦੇਸ਼ ਦੇ ਰਹੇ ਨੇ, ਜਿਸ ਉਪਦੇਸ਼ ਦਾ ਸੰਬੰਧ ਹੈ ਉਚੇਰੇ ਸਚਿਆਰੇ ਜੀਵਨ ਦੇ ਨਾਲ। ਸਤਿਗੁਰੂ ਇਹ ਦੱਸਣ ਦੀ ਕਿਰਪਾਲਤਾ ਕਰ ਰਹੇ ਨੇ ਕਿ ਖਾਲੀ ਤਨ ਦੇ ਉੱਤੇ ਧਾਰਨ ਕਰ ਲੈਣ ਦੇ ਨਾਲ, ਕਿਸੇ ਪਹਿਰਾਵੇ ਦੇ ਰਾਹੀਂ ਹੀ ਅਸੀਂ ਧਾਰਮਿਕ ਨਹੀਂ ਬਣ ਸਕਦੇ, ਜਾਂ ਕੁਝ ਐਸੇ ਕਰਮ ਕਰ ਲੈਣ ਦੇ ਨਾਲ ਜਿਹੜੇ ਕਰਮ ਅਸੀਂ ਆਪਣੇ ਤੌਰ ਉੱਤੇ ਮਿੱਥ ਲੈਂਦੇ ਹਾਂ ਕਿ ਇਹ ਧਾਰਮਿਕ ਹਨ, ਕੇਵਲ ਇੰਨੀਆਂ ਗੱਲਾਂ ਦੇ ਨਾਲ ਸਾਡਾ ਜੀਵਨ ਸਚਿਆਰਾ ਨਹੀਂ ਹੋ ਸਕਦਾ। ਜਿੰਨਾ ਚਿਰ ਸਾਡੀ ਜ਼ਿੰਦਗੀ ਦੇ ਅੰਦਰ, ਸਾਡੇ ਵਿਹਾਰ ਦੇ ਅੰਦਰ, ਸਾਡੀ ਮਨ ਬੁੱਧ ਸੁਰਤ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦਾ, ਉਹਦੇ ਗੁਣਾਂ ਦਾ ਵਾਸਾ ਨਹੀਂ ਹੋ ਜਾਂਦਾ, ਤੇ ਅਸੀਂ ਧੁਰ ਅੰਦਰੋਂ ਸੱਚ ਵਾਲੇ ਪਾਸੇ ਤੁਰ ਨਹੀਂ ਪੈਂਦੇ। ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਸਾਨੂੰ ਦੱਸਿਆ ਗਿਆ, ਸੱਚੋਂ ਓਰੈ ਸਭ ਕੋ ਉੱਪਰ ਸੱਚ ਆਚਾਰ। ਸਭ ਤੋਂ ਉਚੇਰੀ ਗੱਲ ਹੈ ਸਚਿਆਰਾ ਜੀਵਨ ਜਿਉਣਾ। ਕਿਉਂਕਿ ਇਸ ਬਾਣੀ ਦਾ ਮੁੱਢਲਾ ਉਪਦੇਸ਼ ਵੀ ਸਾਡੇ ਲਈ ਇਹੋ ਹੀ ਹੈ, ਪ੍ਰਸ਼ਨ ਵੀ ਸਾਡੇ ਸਾਹਮਣੇ ਇਹੋ ਹੀ ਹੈ, ਕਿਵੇਂ ਸਚਿਆਰਾ ਹੋਈਐ ਕਿਵੇਂ ਕੂੜੈ ਟੁੱਟੈ ਪਾਲ। ਜਦੋਂ ਸਤਿਗੁਰੂ ਜੀ ਦੀ ਅਸੀਂ ਐਸੀ ਪਾਵਨ ਪੌੜੀ ਨੂੰ ਵਿਚਾਰ ਰਹੇ ਹਾਂ, ਉਸ ਵਿੱਚ ਸਤਿਗੁਰੂ ਜੀ ਜੋਗੀਆਂ ਦਾ ਇਹ ਸੰਕੇਤ ਵਰਤਦੇ ਹਨ, ਜਿਸ ਵਿੱਚ ਉਹ ਚੂਰਮੇ ਦਾ ਪ੍ਰਸ਼ਾਦ ਵੰਡਦੇ, ਛਕਦੇ ਔਰ ਛਕਾਉਂਦੇ ਨੇ, ਖਾਂਦੇ ਔਰ ਖਵਾਉਂਦੇ ਨੇ। ਹੁਣ ਗੁਰੂ ਸਾਹਿਬ ਬੜੀ ਬਾ ਕਮਾਲ ਗੱਲ ਕਹਿੰਦੇ ਹਨ, ਜਿਸ ਵੇਲੇ ਬੰਦਾ ਕਿਸੇ ਵੀ ਧਰਮ ਅਸਥਾਨ ਉੱਪਰ ਜਾਂਦਾ ਹੈ, ਕਿਸੇ ਧਾਰਮਿਕ ਵਿਅਕਤੀ ਵਿਸ਼ੇਸ਼ ਕੋਲ ਜਾਂਦਾ ਹੈ, ਜਿਸ ਦੇ ਪ੍ਰਤੀ ਆਮ ਮਨੁੱਖ ਦੇ ਮਨ ਅੰਦਰ ਬੜੀ ਸ਼ਰਧਾ, ਬੜੀ ਭਾਵਨਾ ਹੁੰਦੀ ਹੈ, ਉੱਥੇ ਜਾਂਦਿਆਂ ਸਾਰ ਉਸ ਨੂੰ ਕੁਝ ਨਾ ਕੁਝ ਖਾਣ ਵਾਸਤੇ ਪ੍ਰਸ਼ਾਦ ਦੇ ਰੂਪ ਦੇ ਵਿੱਚ ਦਿੱਤਾ ਜਾਂਦਾ ਹੈ। ਮਨੁੱਖ ਜਦੋਂ ਉਸ ਨੂੰ ਖਾਂਦਾ ਹੈ ਤਾਂ ਉਸ ਦੇ ਅੰਦਰ ਇੱਕ ਫੀਲਿੰਗ, ਇੱਕ ਅਹਿਸਾਸ ਉੱਠਦਾ ਹੈ ਵੀ ਇਹ ਬੜਾ ਕੀਮਤੀ, ਬੜਾ ਪਵਿੱਤਰ ਔਰ ਬੜਾ ਅਹਿਮ ਵਸਤੂ ਹੈ, ਪਦਾਰਥ ਹੈ, ਜਿਹੜਾ ਮੈਨੂੰ ਖਾਣ ਵਾਸਤੇ ਦਿੱਤਾ ਗਿਆ। ਕਿਉਂਕਿ ਉਸ ਦੀ ਸ਼ਰਧਾ, ਉਸ ਦੇ ਅੰਦਰ ਦੀ ਭਾਵਨਾ ਉਸ ਹਰ ਚੀਜ਼ ਨੂੰ ਪਵਿੱਤਰ ਔਰ ਕੀਮਤੀ ਬਣਾਉਂਦੀ, ਔਰ ਉਹ ਜਿਸ ਨੂੰ ਉਹ ਪਵਿੱਤਰ ਤੇ ਕੀਮਤੀ ਸਮਝਦਾ ਹੈ, ਉਸ ਦਾ ਇੱਕ ਕਿਣਕਾ ਮਾਤਰ ਵੀ ਉਹ ਜ਼ਮੀਨ ਉੱਤੇ ਡਿੱਗਣ ਨਹੀਂ ਦਿੰਦਾ, ਉਸ ਨੂੰ ਵੀ ਚੁੱਕ ਕੇ ਕਈ ਵਾਰ ਛਕ ਲੈਂਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਕਤ ਦੀ ਬਾਤ ਹੈ। ਭਾਰਤ ਭਰ ਦੇ ਅੰਦਰ 3 ਪ੍ਰਮੁੱਖ ਧਾਰਮਿਕ ਆਗੂ ਸਨ। ਇਸਲਾਮਿਕ ਰਾਜ ਹੋਣ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜੀ ਨੇ ਵੇਖਿਆ ਵੀ ਕਾਜ਼ੀ ਦੀ ਪਦਵੀ ਧਾਰਮਿਕ ਹੈ, ਔਰ ਐਸਾ ਧਾਰਮਿਕ ਪਦਵੀ ਦਾ ਮਾਲਕ ਜਿਹੜਾ ਹੈ, ਭਾਰਤ ਦੇਸ਼ ਦੇ ਅੰਦਰ ਉਸ ਦਾ ਹੁਕਮ, ਉਸ ਦੇ ਫਤਵੇ ਔਰ ਉਸ ਦੀ ਧਾਰਮਿਕ ਸਿੱਖਿਆ ਦਾ ਬੜਾ ਜ਼ੋਰ ਹੈ। ਦੂਜੇ ਨੰਬਰ ਤੇ ਉੱਤੇ ਆਉਂਦਾ ਸੀ ਬ੍ਰਾਹਮਣ ਪੁਜਾਰੀ, ਜਿਸ ਨੇ ਆਪਣੇ ਧਰਮ ਗ੍ਰੰਥਾਂ ਦੇ ਵਿਧੀ ਵਿਧਾਨ ਜਿਹੜੇ ਸਨ ਉਹ ਜਿਵੇਂ ਜਨਤਾ ਨੂੰ ਦੱਸੇ ਉਵੇਂ ਲੋਕ ਜਿਹੜੇ ਸਨ ਉਹ ਕਰਨ ਦੇ ਆਹਰ ਵਿੱਚ, ਕੋਸ਼ਿਸ਼ ਵਿੱਚ ਲੱਗੇ ਹੋਏ ਸਨ। ਔਰ ਤੀਸਰਾ ਮੁੱਖ ਧਾਰਮਿਕ ਵਿਅਕਤੀ ਜਿਸ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਗਿਣਤੀ ਦੇ ਵਿੱਚ ਰੱਖਿਆ, ਉਹ ਹੈ ਜੋਗੀ। ਭਾਵੇਂ ਜੋਗੀ ਦਾ ਸੰਬੰਧ ਆਮ ਸਮਾਜ ਦੇ ਵਿੱਚ ਉਹ ਰਹਿਣ ਵਾਲਾ ਨਹੀਂ ਸੀ, ਜੰਗਲਾਂ, ਪਹਾੜਾਂ ਔਰ ਵੱਖ-ਵੱਖ ਇਲਾਕਿਆਂ ਵਿੱਚ ਰਹਿਣਾ, ਤੀਰਥਾਂ ਤੇ ਜਾਣਾ ਔਰ ਧਰਤੀ ਦੇ ਉੱਤੇ ਭਰਮਦੇ ਰਹਿਣਾ, ਭਟਕਦੇ ਰਹਿਣਾ, ਯਾਤਰਾ ਹੀ ਕਰਦੇ ਰਹਿਣਾ। ਪਰ ਕਿਉਂਕਿ ਉਹ ਪਿੰਡਾਂ ਵਿੱਚ ਦੀ ਲੰਘਦਾ ਹੈ, ਸ਼ਹਿਰਾਂ ਵਿੱਚ ਦੀ ਗੁਜ਼ਰਦਾ ਹੈ, ਪਿੰਡਾਂ ਤੋਂ ਬਾਹਰ ਆ ਕੇ ਟਿਕਾਣਾ ਕਰਦਾ ਹੈ, ਇੱਕ ਤਿਆਗੀ ਹੋਣ ਦੇ ਬਾਵਜੂਦ ਵੀ ਉਹਦੀ ਪੂਜਾ ਸਭ ਤੋਂ ਵਧੇਰੇ ਆਮ ਸਮਾਜ ਦੇ ਵਿੱਚ ਕੀਤੀ ਜਾਂਦੀ ਹੈ। ਵੈਸੇ ਇੱਕ ਖਿਆਲ ਤੁਹਾਡੇ ਨਾਲ ਮੈਂ ਸਾਂਝਾ ਕਰ ਲਵਾਂ, ਐਸੇ ਤਿਆਗ ਨੂੰ ਗੁਰਮਤਿ ਨੇ ਮਾਨਤਾ ਨਹੀਂ ਦਿੱਤੀ ਵੀ ਬੰਦਾ ਆਪਣਾ ਘਰ ਛੱਡੇ, ਪਰਿਵਾਰ ਤਿਆਗ ਦੇ, ਖਾਣ ਪੀਣ ਪਹਿਨਣ ਦੀਆਂ ਜਿਹੜੀਆਂ ਮੁੱਢਲੀਆਂ ਲੋੜਾਂ ਨੇ ਸਾਡੇ ਸਰੀਰ ਦੀਆਂ, ਉਹਨਾਂ ਨੂੰ ਛੱਡ ਕੇ ਕੋਈ ਅਸੀਂ ਧਰਮੀ ਨਹੀਂ ਹੋ ਸਕਦੇ ਜਾਂ ਰੱਬ ਦੀ ਖੁਸ਼ੀ ਹਾਸਲ ਨਹੀਂ ਕਰ ਸਕਦੇ। ਗੁਰਮਤਿ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਭਰਮ ਮੰਨਿਆ ਵੀ ਐਸਾ ਭਰਮ ਮਨ ਵਿੱਚ ਰੱਖਣਾ ਹੀ ਨਹੀਂ ਚਾਹੀਦਾ। ਇਹਨਾਂ ਦਾ ਧਰਮ ਨਾਲ ਵੀ ਕੋਈ ਸੰਬੰਧ ਨਹੀਂ ਹੈ ਤੇ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਵੀ ਕੋਈ ਸੰਬੰਧ ਨਹੀਂ ਹੈ। ਗੁਰਮਤਿ ਨੇ ਤਾਂ ਬੜਾ ਸਪਸ਼ਟ ਜਿਹਾ ਉਪਦੇਸ਼ ਦਿੱਤਾ ਹੈ, ਬੜਾ ਸਿੱਧਾ ਔਰ ਸਾਦਾ ਜਿਹਾ ਉਪਦੇਸ਼ ਦਿੱਤਾ ਹੈ। ਜੋਗ ਨਾ ਭਗਵੀਂ ਕੱਪੜੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਐ, ਸਤਿਗੁਰ ਕੈ ਉਪਦੇਸ਼। ਪਰ ਜਿਹੜੇ ਲੋਕ ਆਮ ਇਨਸਾਨ ਦੀ ਜ਼ਿੰਦਗੀ ਨਾ ਜਿਉਂਦਿਆਂ ਹੋਇਆਂ ਸਗੋਂ ਘਰ-ਬਾਰ ਛੱਡ ਕੇ ਇਹੋ ਜਿਹੇ ਤਿਆਗ ਦੇ ਪ੍ਰਪੰਚ ਕਰਨ ਲੱਗ ਪੈਂਦੇ ਹਨ, ਉਹ ਤਿਆਗੀਆਂ ਦੀ ਕਤਾਰ ਦੇ ਵਿੱਚ ਜਾ ਖਲੋਂਦੇ ਹਨ
ਔਰ ਗ੍ਰਸਤੀ ਲੋਕਾਂ ਦੀ ਨਜ਼ਰ ਦੇ ਵਿੱਚ ਵੀ ਉਹ ਖਾਸ ਬਣ ਜਾਂਦੇ ਹਨ। ਹਾਲਾਂਕਿ ਸਤਿਗੁਰੂ ਨੇ ਸਭ ਤੋਂ ਵੱਧ ਗ੍ਰਸਤੀ ਜੀਵਨ ਨੂੰ ਜਿਉਣ ਦੀ ਜੁਗਤ ਬਾਣੀ ਦੇ ਵਿੱਚ ਦੱਸੀ ਹੈ ਵੀ ਗ੍ਰਸਤੀ ਧਰਮੀ ਹੋਵੇ, ਇਮਾਨਦਾਰ ਹੋਵੇ, ਧਰਮ ਦੀ ਕਿਰਤ ਕਰਨ ਵਾਲਾ ਹੋਵੇ, ਵੰਡ ਕੇ ਛਕਣ ਵਾਲਾ ਹੋਵੇ। ਬੜੇ ਸੌਖੇ ਉਪਦੇਸ਼ ਨੇ ਗੁਰੂ ਨਾਨਕ ਸਾਹਿਬ ਦੇ। ਪਰ ਇਹ ਸਾਡੀ ਸ਼ੁਰੂ ਤੋਂ ਇੱਕ ਅਜੀਬ ਵਿਡੰਬਣਾ ਰਹੀ ਹੈ, ਦੁਖਾਂਤ ਰਿਹਾ ਸਾਡਾ ਗ੍ਰਸਤੀਆਂ ਦਾ, ਸਮਾਜ ਦਾ, ਕਿ ਜਿਸ ਮਨੁੱਖ ਨੇ ਆਮ ਮਨੁੱਖ ਨਾਲੋਂ ਥੋੜ੍ਹੀ ਜਿਹੀ ਹਟਵੀਂ ਲਾਈਨ ਲੈ ਲਈਏ, ਰਸਤਾ ਲੈ ਲਿਆ, ਉਹ ਤਿਆਗੀ ਹੋ ਗਿਆ। ਭਾਵੇਂ ਉਹ ਗ੍ਰਸਤੀ ਨੂੰ ਲੱਖ ਗਾਲਾਂ ਵੀ ਕੱਢਦਾ ਹੈ, ਗ੍ਰਸਤੀ ਨੇ ਸਭ ਤੋਂ ਵੱਧ ਪੂਜਾ ਵੀ ਉਸੇ ਦੀ ਕੀਤੀ ਹੈ। ਤਿਆਗੀ ਨਾ ਹੋ ਕੇ ਵੀ ਸਭ ਤੋਂ ਵੱਧ ਮਾਇਆਧਾਰੀ ਹੋ ਚੁੱਕਿਆ ਹੁੰਦਾ ਹੈ, ਕਿਉਂਕਿ ਉਸ ਦੀ ਕੋਸ਼ਿਸ਼ ਇਹ ਹੁੰਦੀ ਹੈ ਵੀ ਮੈਂ ਤਿਆਗ ਕਰਕੇ ਰੱਬ ਦੇ ਨੇੜੇ ਤੁਰ ਜਾਵਾਂ। ਪਰ ਜਦੋਂ ਪੂਜਾ, ਪ੍ਰਤਿਸ਼ਠਾ, ਲੋਕਾਂ ਦਾ ਮਾਣ ਸਨਮਾਨ, ਵਾਹ ਤੇ ਵਡਿਆਈ, ਇਹ ਸਾਰਾ ਕੁਝ ਉਹਦੇ ਪੱਲੇ ਪੈਂਦਾ ਹੈ, ਤਾਂ ਉਹ ਆਮ ਇਨਸਾਨ ਨਾਲੋਂ ਵੀ ਵੱਧ ਉਹਦੇ ਮਨ ਦੇ ਅੰਦਰ ਹਉਮੈ, ਅਹੰਕਾਰ, ਸਵਾਰਥ, ਆਪਣੀ ਵਡਿਆਈ ਔਰ ਆਪਣੀ ਚੌਧਰ, ਇਹ ਸਾਰਾ ਕੁਝ ਉਹਦੇ ਮਨ ਅੰਦਰ ਥਾਂ ਬਣਾ ਕੇ ਬੈਠ ਜਾਂਦਾ ਹੈ। ਤੋ ਜਿਹੜੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਸੀ, ਉਹ ਚੀਜ਼ਾਂ, ਉਹ ਔਗਣ ਜੀਵਨ ਦੇ ਅੰਦਰ ਮਨੁੱਖ ਨੇ ਪਾਲ ਲਏ ਹਨ। ਜਿਨ੍ਹਾਂ ਨੂੰ ਛੱਡਣ ਨਾਲ ਕੋਈ ਜੀਵਨ ਦਾ ਭਲਾ ਨਹੀਂ ਸੀ, ਉਹ ਛੱਡ ਦਿੱਤੀਆਂ ਨੇ। ਜੋ ਛੱਡਣਾ ਚਾਹੀਦਾ ਸੀ, ਉਸ ਨੂੰ ਬੰਦੇ ਨੇ ਹਮੇਸ਼ਾ ਪਕੜ ਕੇ ਰੱਖਿਆ। ਇਹ ਤਰਾਸਦੀ ਹੈ ਮਨੁੱਖ ਦੀ। ਗਰੀਬ ਨਵਾਜ਼ ਸਤਿਗੁਰੂ ਤਾਂ ਹੀ ਬਾਣੀ ਦੇ ਅੰਦਰ ਫਰਮਾਨ ਕਰਦੇ ਨੇ। ਭਗਤ ਕਬੀਰ ਸਾਹਿਬ ਜੀ ਦਾ ਇਹ ਪਾਵਨ ਸ਼ਲੋਕ ਹੈ, ਜਿਸ ਵਿੱਚ ਉਹਨਾਂ ਨੇ ਕਿਹਾ, ਕਬੀਰ ਮਾਇਆ ਤਜੀ ਤਾਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਕਹਿੰਦੇ ਉਦਾਹਰਣ ਦਿੱਤੀ ਹੈ, ਕਹਿੰਦੇ ਇੱਕ ਵਿਅਕਤੀ ਨੇ ਸਭ ਕੁਝ ਛੱਡ ਦਿੱਤਾ ਔਰ ਦੁਨੀਆ ਨੂੰ ਇਹ ਕਹਿ ਰਿਹਾ ਮੈਂ ਮਾਇਆ ਦਾ ਤਿਆਗੀ ਹਾਂ। ਵੇਖੋ ਮੇਰੇ ਕੋਲ ਕੁਝ ਵੀ ਨਹੀਂ, ਕੋਈ ਸੰਸਾਰ ਦਾ ਸੰਬੰਧ ਨਹੀਂ, ਕੋਈ ਸਰੀਰ ਦੀ ਲੋੜ ਪੂਰੀ ਕਰਨ ਵਾਸਤੇ ਧਨ ਪਦਾਰਥ ਨਹੀਂ, ਕੋਈ ਕੱਪੜੇ ਨਹੀਂ, ਕੋਈ ਭੋਜਨ ਨਹੀਂ, ਕੱਖ ਵੀ ਨਹੀਂ ਹੈ। ਬਸ ਸਭ ਕੁਝ ਛੱਡ ਦਿੱਤਾ, ਸੰਬੰਧ ਛੱਡ ਦਿੱਤੇ, ਸਮਾਜ ਛੱਡ ਦਿੱਤਾ। ਹੁਣ ਉਹਨੂੰ ਆਪਣੇ ਤਿਆਗ ਉੱਤੇ ਮਾਣੋ। ਜਦੋਂ ਵੀ ਗ੍ਰਸਤੀ ਨੂੰ ਵੇਖਦਾ ਉਹਨੂੰ ਲੱਗਦਾ ਮੈਂ ਇਹਦੇ ਨਾਲੋਂ ਕਿੰਨਾ ਉੱਚਾ, ਇਹ ਤਾਂ ਵਿਚਾਰਾ ਅਜੇ ਵੀ ਮਾਇਆ 'ਚ ਜੀ ਰਿਹਾ, ਮੈਂ ਮਾਇਆ ਦਾ ਤਿਆਗੀ ਹਾਂ। ਤੇ ਗ੍ਰਸਤੀ ਨੇ ਵੀ ਉਹਦੇ ਚਰਨਾਂ 'ਚ ਮੱਥਾ ਟੇਕਿਆ ਵੀ ਮੈਂ ਇਹਨਾਂ ਤਿਆਗ ਨਹੀਂ ਕਰ ਸਕਿਆ। ਧੰਨ ਹੈ ਜਿਸ ਨੇ ਏਡਾ ਵੱਡਾ ਤਿਆਗ ਕੀਤਾ ਹੋਏ। ਹੁਣ ਦੋਵੇਂ ਹੀ, ਗ੍ਰਸਤੀ ਵੀ ਉਹਦੇ ਤਿਆਗ ਦੇ ਸੋਲੇ ਗਾ ਰਿਹਾ ਤੇ ਤਿਆਗੀ ਵੀ ਆਪਣੇ ਆਪ ਨੂੰ ਗ੍ਰਸਤੀ ਤੋਂ ਉੱਤਮ ਮੰਨ ਕੇ ਆਪਣੇ ਮਨ ਅੰਦਰ ਆਪਣੀ ਵਡਿਆਈ ਦੀ ਹਉਮੈ ਪਾਲੀ ਬੈਠਾ। ਕਬੀਰ ਸਾਹਿਬ ਇਸ ਹਉਮੈ ਉੱਤੇ ਚੋਟ ਕਰਦੇ ਹਨ, ਇਸ ਹੰਕਾਰ ਉੱਤੇ ਚੋਟ ਕਰਦੇ ਹਨ। ਆਖਦੇ ਨੇ ਮਾਇਆ ਤਜੀ ਤਾਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਤੇਰੇ ਮਨ ਅੰਦਰ ਪਲ ਰਿਹਾ ਹੈ ਇੱਕ ਮਾਣ, ਇੱਕ ਅਹੰਕਾਰ। ਉਹ ਹੰਕਾਰ ਜਿਹੜਾ ਇਹ ਗੱਲ ਕਹਿੰਦਾ ਹੈ ਬਾਕੀ ਸਾਰੇ ਲੋਕਾਂ ਨਾਲੋਂ ਮੈਂ ਉੱਚਾ ਹਾਂ। ਉਹ ਹੰਕਾਰ ਜਿਹੜਾ ਤੈਨੂੰ ਇਹ ਮਹਿਸੂਸ ਕਰਾਉਂਦਾ ਰਹਿੰਦਾ ਹਰ ਵੇਲੇ, ਨਹੀਂ, ਇਹ ਜਿਤਨੇ ਵੀ ਗ੍ਰਸਤੀ, ਜਿਤਨੇ ਵੀ ਕਿਰਤੀ, ਜਿਤਨੇ ਵੀ ਆਮ ਲੋਕ ਹਨ, ਇਹ ਸਭ ਮੇਰੇ ਕੋਲੋਂ ਨੀਵੇਂ ਹਨ, ਛੋਟੇ ਹਨ। ਇਹਨਾਂ ਦੀ ਔਕਾਤ ਮੇਰੇ ਸਾਹਮਣੇ ਬਹੁਤ ਤੁੱਛ ਹੈ। ਮੈਂ ਸਭ ਤੋਂ ਉਚੇਰਾ ਹਾਂ। ਆਪਸ ਕੋ ਦੀਰਘ ਕਰ ਜਾਣੈ, ਔਰਨ ਕੋ ਲਗ ਮਾਤ। ਆਪਣੇ ਆਪ ਨੂੰ ਬਹੁਤ ਉੱਚਾ ਸਮਝ ਲਿਆ ਤੇ ਬਾਕੀਆਂ ਨੂੰ ਲਗਾ ਮਾਤਰਾ ਵਿੱਚ ਮਾਮੂਲੀ ਤੇ ਤੁੱਛ ਜੀਆਂ ਚੀਜ਼ਾਂ ਸਮਝਣ ਦਾ ਭੁਲੇਖਾ ਖਾ ਲਿਆ। ਹੁਣ ਦਾਤੇ ਨੇ ਬੜੀ ਪਿਆਰੀ ਗੱਲ ਆਖੀ, ਕਹਿੰਦੇ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਬੰਦੇ ਇਹ ਤਾਂ ਸਭ ਤੋਂ ਵੱਡੀ ਰੁਕਾਵਟ ਹੈ, ਜੀਵਨ ਦੀ ਸਭ ਤੋਂ ਵੱਡੀ ਰੁਕਾਵਟ ਹੀ ਇਹ ਹੈ। ਕਿੱਡੀ ਕਮਾਲ ਦੀ ਗੱਲ ਹੈ, ਤੂੰ ਬਾਕੀ ਸਭ ਕੁਝ ਛੱਡ ਦਿੱਤਾ ਹੈ। ਤਨ ਦੇ ਵਸਤਰ ਤਿਆਗਣ ਦੀ ਲੋੜ ਨਹੀਂ ਸੀ, ਉਹ ਤਿਆਗ ਦਿੱਤੇ। ਸਰੀਰ ਦਾ ਭੋਜਨ ਛੱਡਣ ਦੀ ਲੋੜ ਨਹੀਂ ਸੀ, ਉਹ ਛੱਡ ਦਿੱਤਾ। ਘਰ ਛੱਡਣ ਦੀ ਲੋੜ ਨਹੀਂ ਸੀ, ਉਹ ਛੱਡ ਦਿੱਤਾ। ਪਰਿਵਾਰ ਤੋਂ ਦੂਰ ਜਾਣ ਦੀ ਲੋੜ ਨਹੀਂ ਸੀ, ਉਹ ਵੀ ਛੱਡ ਦਿੱਤਾ। ਪਰ ਆਹ ਹਉਮੈ ਛੱਡਣ ਦੀ ਲੋੜ ਸੀ, ਉਹ ਛੱਡੀ ਨਹੀਂ। ਉਹ ਮਜ਼ਬੂਤ ਹੋ ਗਈ, ਉਹ ਹੋਰ ਪਰਪੱਕ ਕਰ ਲਈ। ਸੋ ਅੰਦਰ ਦਾ ਜਿਹੜਾ ਇੱਕ ਰੋਗ ਹੈ, ਜਿਸ ਨੂੰ ਗੁਰੂ ਨੇ ਸਭ ਤੋਂ ਵਧੇਰੇ ਖਤਰਨਾਕ ਮੰਨਿਆ, ਔਰ ਬਾਣੀ 'ਚ ਤਾਂ ਇੱਥੋਂ ਤੱਕ ਸਤਿਗੁਰੂ ਨੇ ਆਖਿਆ, ਹਉਮੈ ਜਾਈ ਤਾਂ ਕੰਤ ਸਮਾਈ। ਇਹ ਦੀਵਾਰ ਅੰਦਰੋਂ ਟੁੱਟ ਜਾਏ, ਧਨ ਪਿਰਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ। ਇਹ ਕੰਧ ਟੁੱਟ ਜਾਏ ਨਾ, ਮਜ਼ਬੂਤ ਕੰਧ ਹਉਮੈ ਦੀ, ਤੇ ਇਹ ਜੀਵ ਇਸਤਰੀ ਦਾ ਤੇ ਪਰਮਾਤਮਾ ਦਾ ਮਿਲਾਪ ਹੋ ਜਾਏ, ਤੋ ਇਸ ਕੰਧ ਨੂੰ ਤਾਂ ਬੰਦਾ ਮਜ਼ਬੂਤ ਕਰ ਰਿਹਾ। ਤੋ ਖਿਮਾ ਕਰਨਾ, ਸਾਡੇ ਧਰਮ ਕਰਮ ਵੀ ਕਈ ਵਾਰ ਇਸ ਹਉਮੈ ਨੂੰ ਮਜ਼ਬੂਤ ਕਰ ਦਿੰਦੇ ਹਨ, ਕਿਉਂਕਿ ਅਸੀਂ ਜੀਂਦੇ ਹਉਮੈ ਦੇ ਤਲ ਉੱਤੇ ਹਾਂ। ਔਰ ਸਾਡੀ ਕੋਸ਼ਿਸ਼ ਵੀ ਕਈ ਵਾਰ ਇਹ ਨਹੀਂ ਹੁੰਦੀ ਵੀ ਅਸੀਂ ਉਹ ਸਮਝੀਏ ਜੋ ਗੁਰੂ ਨੇ ਕਿਹਾ। ਸਾਡੀ ਕੋਸ਼ਿਸ਼ ਹੁੰਦੀ ਉਹ ਕਰੀਏ ਜਿਸ ਨਾਲ ਸਾਡੀ ਹਉਮੈ ਹੋਰ ਮਜ਼ਬੂਤ ਹੋ ਜਾਏ, ਸਾਡਾ ਅਹੰਕਾਰ ਹੋਰ ਵਧਿਆ ਰਹੇ, ਔਰ ਅਸੀਂ ਦੂਜਿਆਂ ਨੂੰ ਨੀਚ, ਨੀਵੇਂ, ਹੀਣੇ, ਸਾਡੇ ਤੋਂ ਛੋਟੇ, ਸਾਡੇ ਤੋਂ ਗਏ ਗੁਜ਼ਰੇ, ਅਸੀਂ ਐਸੀ ਭਾਵਨਾ ਆਪਣੇ ਮਨ ਅੰਦਰ ਜਦੋਂ ਪਾੜ ਲੈਂਦੇ ਆ ਵੀ ਮੈਂ ਉੱਚਾ ਹੋ ਗਿਆ, ਮੈਂ ਬਾਕੀਆਂ ਨਾਲੋਂ ਸ੍ਰੇਸ਼ਟ ਹੋ ਗਿਆ, ਮੈਂ ਖਾਸ ਹੋ ਗਿਆ, ਮੈਂ ਉੱਤਮ ਹੋ ਗਿਆ, ਇਹ ਭਾਵਨਾ ਮਨ ਅੰਦਰ ਜਿਹੜੀ ਹੈ ਵੀ ਦੂਸਰੇ ਮੇਰੇ ਕੋਲੋਂ ਨੀਵੇਂ ਨੇ, ਦੂਸਰਿਆਂ ਦੀ ਔਕਾਤ ਕੋਈ ਨਹੀਂ, ਐਸੀ ਭਾਵਨਾ ਮਨ ਅੰਦਰ ਲੈ ਆਉਣੀ, ਇਹ ਹਉਮੈ, ਇਹ ਅਹੰਕਾਰ ਦੀ ਸੂਚਨਾ ਹੈ। ਹੁਣ ਗੁਰੂ ਦੇਵ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦਿਆਂ ਹੋਇਆਂ ਫਰਮਾਨ ਕਰਦੇ ਨੇ ਕਿ ਐਸੇ ਤਿਆਗ ਦੀ ਜ਼ਰੂਰਤ ਨਹੀਂ ਸੀ, ਪਰ ਮਨੁੱਖ ਨੇ ਕਰ ਲਿਆ। ਅਜੀਬ ਵਿਡੰਬਣਾ, ਸਦੀਆਂ ਤੋਂ ਲੈ ਕੇ ਅੱਜ ਤੱਕ ਐਸੇ ਤਿਆਗ ਦੀ ਹੀ ਤਾਂ ਪੂਜਾ ਹੋ ਰਹੀ ਹੈ। ਭਾਵੇਂ ਸਤਿਗੁਰੂ ਨੇ ਸਾਨੂੰ ਗ੍ਰਸਤੀਆਂ ਨੂੰ ਇਸ ਗੱਲੋਂ ਬੜਾ ਮਾਣ ਦਿੱਤਾ ਹੈ, ਸਾਡੀ ਕਿਰਤ ਨੂੰ ਸਲਾਹਿਆ ਹੈ,
ਪਰ ਅਸੀਂ ਵੀ ਐਸੇ ਤਿਆਗ ਦੀ ਹੀ ਪੂਜਾ ਅਤੇ ਪਖੰਡ ਦੇ ਵਿੱਚ ਅੱਜ ਵੀ ਸਦੀਆਂ ਬਾਅਦ ਵੀ ਉਲਝੇ ਹੋਏ ਹਾਂ, ਪੂਰੀ ਤਰ੍ਹਾਂ ਨਾਲ ਉਲਝੇ ਹੋਏ ਹਾਂ। ਤੁਸੀਂ ਜਰਾ ਸਮਾਜ ਵਿੱਚ ਝਾਤੀ ਮਾਰ ਕੇ ਵੇਖੋ, ਜਿਹੜਾ ਮਨੁੱਖ ਇਹ ਦਾਅਵਾ ਕਰੇ ਮੈਂ ਬੋਲਣਾ ਛੱਡ ਦਿੱਤਾ ਹੈ, ਸਭ ਤੋਂ ਵਧੇਰੇ ਇਨਸਾਨ ਉਹਨੂੰ ਮੱਥਾ ਟੇਕਣ ਵਾਲੇ ਹੋਣਗੇ। ਜਿਹੜਾ ਆਖੇਗਾ ਮੈਂ ਘਰ ਛੱਡ ਦਿੱਤਾ ਹੈ, ਉਹਦੀ ਪੂਜਾ ਵਧੇਰੇ ਹੋ ਰਹੀ ਹੋਏਗੀ। ਜਿਹੜਾ ਮਨੁੱਖ ਆਖੇ ਮੈਂ ਪਹਿਨਣਾ ਛੱਡ ਦਿੱਤਾ ਹੈ, ਉਸ ਨਾਂਗੇ ਸਾਧੂ ਦੇ ਲੋਕ ਗੋਡੀ ਪੈਰੀਂ ਹੱਥ ਲਾ ਕੇ ਉਹਦਾ ਆਸ਼ੀਰਵਾਦ ਲੈਣ ਵਾਲੇ ਹੋਣਗੇ। ਔਰ ਖਿਮਾ ਕਰਨਾ, ਇਸ ਦੌੜ ਵਿੱਚ ਨਾ ਮਰਦ ਪਿੱਛੇ ਨਾ ਔਰਤ ਪਿੱਛੇ। ਜਿਹੜਾ ਵਿਅਕਤੀ ਇਹੋ ਜਿਹੇ ਪ੍ਰਪੰਚ ਕਰੇਗਾ, ਸਟੰਟ ਬਾਜ਼ੀਆਂ ਕਰੇਗਾ ਧਰਮ ਦੀ ਦੁਨੀਆ ਦੇ ਅੰਦਰ, ਉਸ ਨੂੰ ਅਸੀਂ ਰੱਬ ਦੇ ਬਹੁਤ ਨੇੜੇ ਮੰਨਣ ਦਾ ਭੁਲੇਖਾ ਖਾ ਲਵਾਂਗੇ। ਅਜੀਬ ਹੈ ਮਾਹੌਲ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ। ਹਜ਼ੂਰ ਨੇ ਆਖਿਆ, ਹੇ ਜੋਗੀ, ਇੱਕ ਗੱਲ ਦਾ ਧਿਆਨ ਰੱਖੋ, ਤੁਸੀਂ ਆਉਣ ਜਾਣ ਵਾਲੇ ਨੂੰ ਚੂਰਮੇ ਦਾ ਪ੍ਰਸ਼ਾਦ ਵੰਡਦੇ ਹੋ, ਪਰ ਇਹ ਜੋ ਤੁਸੀਂ ਪ੍ਰਸ਼ਾਦ ਦਿੰਦੇ ਹੋ ਇਹ ਆਪਸ ਵਿੱਚ ਵੰਡ ਕੇ ਛਕਦੇ ਹੋ। ਇੱਕ ਤਾਂ ਇਹ ਤੁਹਾਡੇ ਸਰੀਰ ਨੂੰ ਪੌਸ਼ਟਿਕ ਤੱਤ ਦਿੰਦਾ, ਇਹ ਗੱਲ ਵੱਖਰੀ ਹੈ, ਪਰ ਇਹਦੇ ਨਾਲ ਇੱਕ ਸੂਖਮ ਜੋ ਸ਼ਰਧਾ ਜੁੜੀ ਹੋਈ ਹੈ, ਜੋ ਭਾਵ ਜੁੜਿਆ ਹੋਇਆ, ਚੰਗਾ ਹੋਵੇ। ਜੇ ਅਕਾਲ ਪੁਰਖ ਨਾਲ ਸਾਂਝ ਕਿਵੇਂ ਬਣੇ, ਅਕਾਲ ਪੁਰਖ ਨਾਲ ਨੇੜਤਾ ਕਿਵੇਂ ਬਣੇ, ਮਨੁੱਖ ਦਾ ਜੀਵਨ ਸਚਿਆਰਾ ਕਿਵੇਂ ਹੋਏ, ਮਨੁੱਖ ਦਾ ਜੀਵਨ ਉੱਤਮ ਕਿਵੇਂ ਹੋਏ, ਮਨੁੱਖ ਦੇ ਜੀਵਨ ਦਾ ਵਿਹਾਰ ਕਿਵੇਂ ਸੁਧਰ ਸਕਦਾ ਹੈ, ਮਨੁੱਖ ਦਾ ਆਚਰਣ ਕਿਵੇਂ ਬੁਲੰਦ ਹੋ ਸਕਦਾ ਹੈ, ਮਨੁੱਖ ਦੀ ਕਰਨੀ ਉਚੇਰੀ ਕਿਵੇਂ ਹੋ ਸਕਦੀ ਹੈ, ਸਾਡਾ ਸਮਾਜ ਉਚੇਰਾ ਕਿਵੇਂ ਹੋ ਸਕਦਾ ਹੈ, ਜੇ ਇਹ ਗਿਆਨ ਦਾ ਪ੍ਰਸ਼ਾਦ ਅਸੀਂ ਇੱਕ ਦੂਜੇ ਨਾਲ ਵੰਡਣਾ ਸ਼ੁਰੂ ਕਰ ਦਈਏ ਤਾਂ। ਧਿਆਨ ਦਿਓ, ਕੁਝ ਮਿੱਠਾ ਲੈ ਕੇ ਖਾਂਦੇ ਆ, ਬੜਾ ਜ਼ੁਬਾਨ ਨੂੰ ਚੰਗਾ ਲੱਗਦਾ ਹੈ, ਅੰਦਰ ਇੱਕ ਸ਼ਰਧਾ ਦੀ ਭਾਵਨਾ ਹੁੰਦੀ ਹੈ ਜਿਹੜੀ ਪੂਰੀ ਹੋਈ ਪ੍ਰਤੀਤ ਹੁੰਦੀ ਹੈ। ਪਰ ਸਤਿਗੁਰੂ ਨੇ ਆਖਿਆ ਸਾਡਾ ਆਚਰਣ ਤੇ ਨਹੀਂ ਨਾ ਬਦਲਦਾ ਇਹਨਾਂ ਚੀਜ਼ਾਂ ਨਾਲ। ਆਚਰਣ ਤੇ ਉਹੋ ਹੀ ਰਹਿੰਦਾ ਹੈ, ਕਿਰਦਾਰ ਤੇ ਉਹੋ ਹੀ ਰਹਿੰਦਾ ਹੈ। ਭਾਵੇਂ ਲੱਖ ਪਵਿੱਤਰ ਹੋਇਆ ਜਲ ਮਨੁੱਖ ਛਕ ਲਵੇ, ਮਨੁੱਖ ਧਰਮ ਸਥਾਨਾਂ ਤੇ ਜਾਂਦਾ, ਉਥੋਂ ਪਵਿੱਤਰ ਜਲ ਲਿਆਉਂਦਾ, ਉਹਨੂੰ ਛਕਦਾ। ਪਵਿੱਤਰ ਨਦੀਆਂ ਦੇ ਇਸ਼ਨਾਨ ਕਰਦਾ, ਤੀਰਥਾਂ ਤੇ ਜਾਂਦਾ, ਉਥੋਂ ਜਲ ਲਿਆਉਂਦਾ, ਉਹਨੂੰ ਛਕਦਾ। ਪਵਿੱਤਰ ਵਸਤੂਆਂ ਮੰਤਰ ਪੜ੍ਹ ਕੇ ਦਿੱਤੀਆਂ ਜਾਂਦੀਆਂ ਨੇ, ਪੂਜਾ ਕਰਕੇ ਦਿੱਤੀਆਂ ਜਾਂਦੀਆਂ ਨੇ, ਪਾਠ ਕਰਕੇ ਦਿੱਤੀਆਂ ਜਾਂਦੀਆਂ, ਮਨੁੱਖ ਉਹਨੂੰ ਛਕਦਾ। ਉਹ ਇੱਕ ਬਾਹਰੀ ਕਿਰਿਆ ਹੈ। ਧਿਆਨ ਦਿਓ, ਕੀ ਉਹਨਾਂ ਸਭ ਚੀਜ਼ਾਂ ਨੂੰ ਖਾਣ ਦੇ ਨਾਲ ਮਨੁੱਖ ਦਾ ਆਚਰਣ, ਮਨੁੱਖ ਦਾ ਕਿਰਦਾਰ ਜਿਹੜਾ ਉਹ ਸੁਧਰ ਜਾਂਦਾ ਹੈ? ਹੁਣ ਜੇ ਕੋਈ ਮੇਰੇ ਵਰਗਾ ਇਨਸਾਨ ਆਖੇ ਵੀ ਮੈਂ ਧਰਮ ਸਥਾਨ ਤੋਂ ਪ੍ਰਸ਼ਾਦ ਲੈ ਕੇ ਖਾਧਾ, ਇਸ ਕਰਕੇ ਮੇਰਾ ਆਚਰਣ ਸੁਧਰ ਗਿਆ, ਨਹੀਂ, ਐਸੀ ਨਹੀਂ ਹੋ ਸਕਦੀ ਗੱਲ। ਉਹ ਤਾਂ ਇੱਕ ਬਾਹਰੀ ਕਿਰਿਆ ਹੋ ਸਕਦੀ ਹੈ, ਉਤੋਂ ਦਾ ਇੱਕ ਸਿਸਟਮ ਤੇ ਕਿਹਾ ਜਾ ਸਕਦਾ ਹੈ, ਪਰ ਉਹਦਾ ਆਚਰਣ ਨੂੰ ਉੱਚਿਆਂ ਕਰਨ ਵਿੱਚ ਕੋਈ ਯੋਗਦਾਨ ਨਹੀਂ ਹੋ ਸਕਦਾ। ਜੇ ਮੈਂ ਪ੍ਰਸ਼ਾਦ ਖਾਣ ਤੋਂ ਪਹਿਲਾਂ ਝੂਠ ਬੋਲਦਾ ਤਾਂ ਪ੍ਰਸ਼ਾਦ ਖਾਣ ਤੋਂ ਬਾਅਦ ਵੀ ਮੈਂ ਝੂਠ ਹੀ ਬੋਲਾਂਗਾ, ਕਿਉਂਕਿ ਉਹ ਮੇਰੇ ਸੁਭਾਅ ਵਿੱਚ ਹੈ। ਜੇ ਮੈਂ ਉਹ ਚੂਰਮਾ ਛਕਣ ਤੋਂ ਪਹਿਲਾਂ ਬੇਈਮਾਨੀ ਕਰਦਾ ਤਾਂ ਉਸ ਨੂੰ ਛਕਣ ਤੋਂ ਬਾਅਦ ਵਿੱਚ ਵੀ ਮੈਂ ਬੇਈਮਾਨੀ ਹੀ ਕਰਾਂਗਾ, ਕਿਉਂਕਿ ਉਹ ਬੇਈਮਾਨੀ ਮੇਰੇ ਸੁਭਾਅ ਦੇ ਵਿੱਚ ਹੈ। ਜੇ ਈਰਖਾ ਮੈਂ ਉਹ ਸਾਰਾ ਕੁਝ ਕਰਨ ਤੋਂ ਪਹਿਲਾਂ ਕਰ ਰਿਹਾ ਤਾਂ ਉਹ ਸਾਰਾ ਕੁਝ ਛਕਣ ਤੋਂ ਬਾਅਦ ਵੀ ਉਹ ਈਰਖਾ ਦੀ ਭਾਵਨਾ ਮੇਰੇ ਅੰਦਰ ਉਸੇ ਤਰ੍ਹਾਂ ਬਣੀ ਰਹੇਗੀ ਔਰ ਮੈਂ ਈਰਖਾਲੂ ਸੁਭਾਅ ਦੇ ਅਨੁਸਾਰ ਹੀ ਚੱਲਦਾ ਰਵਾਂਗਾ, ਕਿਉਂਕਿ ਉਹ ਈਰਖਾ ਮੇਰੇ ਸੁਭਾਅ ਦੇ ਵਿੱਚ ਹੈ, ਮੇਰੇ ਸੰਸਕਾਰ ਬਣ ਗਏ ਹਨ। ਹੁਣ ਗੁਰੂ ਦਾਤੇ ਨੇ ਆਖਿਆ, ਐਸਾ ਪ੍ਰਸ਼ਾਦ ਵੀ ਕੋਈ ਹੈ ਜਿਸ ਨੂੰ ਮਨੁੱਖ ਗ੍ਰਹਿਣ ਕਰੇ, ਜਿਹੜਾ ਵੰਡਿਆ ਜਾਏ, ਜਿਹੜਾ ਵੰਡਿਆ ਹੋਇਆ ਪ੍ਰਸ਼ਾਦ ਲਿਆ ਜਾਏ ਤੇ ਮਨੁੱਖ ਦੇ ਆਚਰਣ ਵਿੱਚ ਕੋਈ ਤਬਦੀਲੀ ਆ ਜਾਏ, ਮਨੁੱਖ ਦੇ ਕਿਰਦਾਰ ਵਿੱਚ ਕੋਈ ਫਰਕ ਪੈ ਜਾਏ, ਮਨੁੱਖ ਦੇ ਸੁਭਾਅ ਦੇ ਉੱਤੇ ਉਹ ਪ੍ਰਸ਼ਾਦ ਕੋਈ ਅਸਰ ਕਰ ਸਕੇ, ਮਨੁੱਖ ਦੀ ਜ਼ਿੰਦਗੀ ਜਿਉਣ ਦਾ ਢੰਗ ਬਦਲ ਜਾਏ, ਪਰਿਵਰਤਨ ਆਏ ਕੋਈ ਜ਼ਿੰਦਗੀ, ਕੋਈ ਐਸਾ ਪ੍ਰਸ਼ਾਦ ਹੈ? ਹੁਣ ਦਾਤੇ ਨੇ ਦੇਖੋ ਕਿੱਡੀ ਕੀਮਤੀ ਗੱਲ ਆਖੀ। ਮਹਾਰਾਜ ਕਹਿੰਦੇ ਉਹ ਪ੍ਰਸ਼ਾਦ ਹੈ ਗਿਆਨ। ਜੇਕਰ ਗਿਆਨ ਦਾ ਪ੍ਰਸ਼ਾਦ ਹੋਵੇ, ਗਿਆਨ ਕੀ ਹੈ? ਜਿਸ ਨੂੰ ਸਤਿਗੁਰੂ ਨੇ ਬਾਣੀ ਚ ਆਖਿਆ, ਜਬ ਲਗ ਦੁਨੀਆ ਰਹੀਐ ਨਾਨਕ, ਕਿਛ ਸੁਣੀਐ ਕਿਛ ਕਹੀਐ। ਮੈਂ ਕਈ ਵਾਰ ਇਸ ਗੱਲ ਬਾਬਤ ਵਿਚਾਰਦਾ ਹਾਂ। ਅਸੀਂ ਅਕਸਰ ਹੀ ਮੌਨ ਧਾਰਨ ਕਰ ਲੈਣਾ ਤੇ ਮੌਨ ਧਾਰਨ ਕਰ ਲੈਣ ਵਾਲੇ ਦੀ ਪੂਜਾ ਕਰਨੀ, ਇਹ ਸਾਡੇ ਸਮਾਜ ਵਿੱਚ ਵੀ ਇੱਕ ਕਿਸਮ ਦਾ ਭਰਮ ਜਾਲ ਬੜਾ ਸੰਘਣਾ ਬੁਣਿਆ ਗਿਆ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਤਾਂ ਇਹ ਕਹਿੰਦੀ ਹੈ ਵੀ ਜਿੰਨਾ ਚਿਰ ਅਸੀਂ ਦੁਨੀਆ 'ਚ ਕੁਝ ਚੰਗਾ ਕਹੀਏ, ਕੋਈ ਰੱਬੀ ਸਿਫਤ ਦੀ ਗੱਲ ਕਰੀਏ, ਕੋਈ ਸੱਚ ਦੀ ਗੱਲ ਕਰੀਏ ਔਰ ਕੁਝ ਗਿਆਨ ਦੀ ਗੱਲ ਕਿਸੇ ਕੋਲੋਂ, ਧਰਮ ਦੀ, ਸਚਾਈ ਦੀ, ਨੇਕੀ ਦੀ ਗੱਲ ਕੋਈ ਕਿਸੇ ਕੋਲੋਂ ਸੁਣੀਏ ਜੋ ਸਾਡੇ ਜੀਵਨ ਨੂੰ ਸੁਖੱਲਾ ਬਣਾ ਸਕਦੀ ਹੈ। ਬੱਚਾ ਜਦੋਂ ਛੋਟਾ ਹੁੰਦਾ ਹੈ ਨਾ, ਜੇ ਬੋਲਣਾ ਨਹੀਂ ਸਿੱਖਦਾ ਤਾਂ ਬੋਲਣ ਤੋਂ ਪਹਿਲਾਂ ਸੁਣਦਾ ਹੈ। ਧਿਆਨ ਦੇਣਾ, ਸਤਿਗੁਰੂ ਨੇ ਸ਼ਬਦ ਵੀ ਕਿੱਡੇ ਵਿਚਾਰ ਵਾਲੇ ਆਪਣੀ ਬਾਣੀ ਦੇ ਵਿੱਚ ਵਰਤੋਂ ਵਿੱਚ ਲਿਆਂਦੇ ਨੇ। ਬੱਚਾ ਸਭ ਤੋਂ ਪਹਿਲਾਂ ਕੇਵਲ ਉਹ ਰੋਂਦਾ ਹੀ ਹੈ। ਰੋਣ ਦੇ ਰਾਹੀਂ ਹੀ ਉਹ ਆਪਣੀ ਭੁੱਖ, ਰੋਣ ਦੇ ਰਾਹੀਂ ਹੀ ਉਹ ਆਪਣੀ ਲੋੜ, ਆਪਣੀ ਸਰੀਰ ਦੀ ਜਿਹੜੀ ਹਰਕਤ ਹੈ ਜਾਂ ਅੰਦਰ ਦੀ ਜੋ ਭਾਵ ਹੈ ਉਹ ਦੱਸਣ ਦੀ ਕੋਸ਼ਿਸ਼ ਕਰਦਾ ਹੈ, ਪਰ ਉਹਦੇ ਕੋਲ ਸ਼ਬਦ ਨਹੀਂ ਹੁੰਦੇ, ਉਹ ਬੋਲਦਾ ਨਹੀਂ। ਸਾਨੂੰ ਪਤਾ ਨਹੀਂ ਲੱਗਦਾ ਉਹਦੇ ਰੋਣ ਤੋਂ ਵੀ ਇਹਦੇ ਅੰਦਰ ਬੋਲਣ ਦੀ ਸਮਰੱਥਾ ਹੈ ਕਿ ਨਹੀਂ ਹੈ, ਕੱਲ ਨੂੰ ਬੋਲੇਗਾ ਵੀ ਵੱਡਾ ਹੋ ਕੇ ਕਿ ਨਹੀਂ ਬੋਲੇਗਾ। ਪਰਿਵਾਰ ਦੇ ਵਿੱਚ ਉਸ ਬੱਚੇ ਦਾ ਪਾਲਣ ਹੁੰਦਿਆਂ ਹੋਇਆਂ ਉਹਨੂੰ ਪਾਲਿਆ ਜਾਂਦਾ ਹੈ। ਜਿਹੜਾ ਵੀ ਗੋਦੀ 'ਚ ਚੁੱਕਦਾ ਹੈ ਉਹਦੇ ਨਾਲ ਗੱਲਾਂ ਕਰਦਾ ਹੈ, ਉਹਨੂੰ ਲੋਰੀਆਂ ਦਿੰਦਾ ਹੈ, ਗੀਤ ਗਾਉਂਦਾ ਹੈ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ। ਸਿਆਣੇ ਤੋਂ ਸਿਆਣਾ ਬੰਦਾ ਵੀ ਬੱਚੇ ਨੂੰ ਜਦੋਂ ਆਪਣੀ ਗੋਦ ਵਿੱਚ ਲੈਂਦਾ, ਬੱਚਾ ਉਹਦੇ ਨਾਲ ਕੋਈ ਗੱਲ ਨਹੀਂ ਕਰ ਰਿਹਾ ਪਰ ਉਹਦੇ ਨਾਲ ਗੱਲਾਂ ਕਰ ਰਿਹਾ। ਅਸੀਂ ਘੰਟਿਆਂ ਬੱਧੀ ਸਾਰਾ ਦਿਨ ਸਾਰਾ ਪਰਿਵਾਰ ਰਲ ਕੇ ਉਸ ਬੱਚੇ ਨਾਲ ਗੱਲਾਂ ਕਰਦੇ ਰਹਿੰਦੇ ਹਾਂ।
ਉਹ ਆਵਾਜ਼ਾਂ ਉਸ ਬੱਚੇ ਦੇ ਕੰਨਾਂ ਵਿੱਚ ਪੈਂਦੀਆਂ ਨੇ। ਹੌਲੀ ਹੌਲੀ ਉਹਦੀ ਸੁਰਤੀ ਦੇ ਅੰਦਰ, ਉਹਦੀ ਬੁੱਧੀ ਦੇ ਅੰਦਰ, ਉਹਦੇ ਦਿਮਾਗ ਦੇ ਅੰਦਰ ਉਹ ਸਾਡੇ ਬੋਲੇ ਹੋਏ ਸ਼ਬਦ ਉਹਦੇ ਕੰਨਾਂ 'ਚ ਜਿਹੜੇ ਪੈਂਦੇ ਰਹਿੰਦੇ ਨੇ, ਹੌਲੀ 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 ਫਿਰ ਉਹਦਾ ਪ੍ਰੋਸੈਸ ਆਰੰਭ ਹੁੰਦਾ ਹੈ ਤੇ ਫਿਰ ਉਹ ਬੱਚਾ ਟੁੱਟੇ ਫੁੱਟੇ ਅੱਧੇ ਪਚੱਧੇ ਸ਼ਬਦ ਬੋਲਣੇ ਸ਼ੁਰੂ ਕਰਦਾ ਹੈ। ਕਰਦਿਆਂ ਉਹ ਵੀ ਉਹੋ ਜੀ ਬੋਲੀ ਬੋਲਣੀ ਸ਼ੁਰੂ ਕਰ ਦਿੰਦਾ ਜਿਹੋ ਜੀ ਬੋਲੀ ਬਾਕੀ ਸਾਰਾ ਪਰਿਵਾਰ ਬੋਲ ਰਿਹਾ ਹੁੰਦਾ ਹੈ। ਜੇ ਸਾਰਾ ਪਰਿਵਾਰ ਪੰਜਾਬੀ ਹੈ ਤੇ ਪੰਜਾਬੀ ਬੋਲੀ ਬੋਲਣਾ ਸ਼ੁਰੂ ਕਰ ਦੇਗਾ। ਜੇ ਹਿੰਦੀ 'ਚ ਉਹਨੂੰ ਸ਼ੁਰੂ ਤੋਂ ਸਿਖਾਇਆ ਗਿਆ ਤੇ ਹਿੰਦੀ ਬੋਲੇਗਾ। ਅੰਗਰੇਜ਼ੀ 'ਚ ਤੇ ਭਾਵ ਜਿਹੋ ਜਿਹਾ ਪਰਿਵਾਰ ਦਾ ਮਾਹੌਲ, ਜੋ ਸ਼ਬਦ ਪਰਿਵਾਰ ਵਰਤਦਾ, ਜਿਸ ਲਹਿਜੇ ਨਾਲ ਬੋਲਦਾ, ਜਿਹੜੀ ਭਾਸ਼ਾ ਬੋਲਦਾ, ਉਸੇ ਤਰ੍ਹਾਂ ਹੀ ਉਹ ਬੱਚਾ ਵੀ ਬੋਲਣਾ ਸ਼ੁਰੂ ਕਰ ਦਿੰਦਾ। ਤੇ ਜਦੋਂ ਬੱਚਾ ਬੋਲਣਾ ਆਰੰਭ ਕਰਦਾ, ਸਾਰੇ ਪਰਿਵਾਰ ਨੂੰ ਬੜੀ ਖੁਸ਼ੀ ਹੁੰਦੀ ਹੈ, ਚਾਅ ਚੜ੍ਹ ਜਾਂਦਾ, ਬੱਚਾ ਬੋਲ ਰਿਹਾ ਹੈ। ਕੀ ਅਗਰ ਮੌਨ ਧਾਰਨ ਕਰਨਾ ਧਰਮ ਹੈ ਜਾਂ ਰੱਬ ਦੀ ਖੁਸ਼ੀ ਇਸ ਵਿੱਚ ਲੋੜੀਂਦੀ ਹੈ ਤਾਂ ਖਿਮਾ ਕਰਨਾ ਕੋਈ ਮਾਂ-ਬਾਪ ਐਸਾ ਚਾਹੇਗਾ ਕਿ ਮੇਰਾ ਬੱਚਾ ਕਦੇ ਬੋਲੇ ਹੀ ਨਾ। ਜਿਨ੍ਹਾਂ ਬੰਦਿਆਂ ਨੇ ਇਹ ਸਿੱਖਿਆ ਗ੍ਰਹਿਣ ਕਰ ਲਈ ਹੈ, ਜਿਨ੍ਹਾਂ ਬੰਦਿਆਂ ਦੇ ਮਨ ਅੰਦਰ ਇਹ ਭਰਮ ਵਸ ਗਿਆ ਵੀ ਮੌਨ ਧਾਰਨ ਕਰ ਲੈਣ ਨਾਲ ਜ਼ਬਾਨੋਂ ਕੁਝ ਵੀ ਨਾ ਬੋਲਣ ਨਾਲ ਰੱਬ ਦੀ ਖੁਸ਼ੀ ਹੁੰਦੀ ਹੈ, ਮੌਨ ਧਾਰਨ ਕਰ ਲੈਣ ਦੇ ਨਾਲ ਆਪਣੀ ਜ਼ਬਾਨ ਤੇ ਪਾਬੰਦੀ ਪੱਕੇ ਤੌਰ ਉੱਤੇ ਲਾ ਲੈਣ ਦੇ ਨਾਲ ਮਨ ਸ਼ਾਂਤ ਹੋ ਜਾਂਦਾ ਹੈ, ਕਿ ਉਹ ਦੱਸਣਗੇ ਕਿ ਉਹਨਾਂ ਦੇ ਮਾਂ-ਬਾਪ ਨੇ, ਉਹਨਾਂ ਦੇ ਪਰਿਵਾਰ ਨੇ ਉਹਨਾਂ ਨੂੰ ਬੋਲਣ ਦੀ ਜਾਚ ਸਿਖਾ ਕੇ ਬਹੁਤ ਵੱਡੀ ਗਲਤੀ ਨਹੀਂ ਕਰ ਦਿੱਤੀ। ਉਹਨਾਂ ਦੀ ਇਕਾਗਰਤਾ ਜੋ ਰੱਬ ਨੇ ਉਹਨੂੰ ਦਿੱਤੀ ਹੋਈ ਉਹ ਭੰਗ ਕਰ ਦਿੱਤੀ ਹੈ, ਉਹਨਾਂ ਦੇ ਮਨ ਨੂੰ ਭਟਕਾ ਦਿੱਤਾ ਹੈ। ਉਹ ਬੋਲਣਾ ਉਹਨਾਂ ਦੇ ਜੀਵਨ ਲਈ ਦੁਖਦਾਈ ਨਹੀਂ ਬਣ ਗਿਆ। ਤੇ ਜਿਹੜੇ ਲੋਕ ਉਹਨਾਂ ਮੌਨ ਧਾਰੀਆਂ ਦੀ ਪੂਜਾ ਕਰਦੇ ਨੇ, ਮੱਥੇ ਟੇਕਦੇ ਨੇ, ਉਹਨਾਂ ਨੂੰ ਸਰਵ ਸ੍ਰੇਸ਼ਟ ਮੰਨਦੇ ਨੇ, ਰੱਬ ਦੇ ਨੇੜੇ ਮੰਨਦੇ ਨੇ, ਕਿ ਉਹ ਪੁਜਾਰੀ, ਪੂਜਾ ਕਰਨ ਵਾਲੇ ਸ਼ਰਧਾਲੂ ਇਹ ਗੱਲ ਸੋਚਣਗੇ, ਦੱਸਣਗੇ ਕਿ ਉਹ ਆਪਣੇ, ਅਗਰ ਇਹ ਕੰਮ ਇੰਨਾ ਸਹੀ ਹੈ ਤੇ ਉਹ ਆਪਣੇ ਬੱਚਿਆਂ ਨੂੰ ਬੋਲਣਾ ਕਿਉਂ ਸਿਖਾਉਂਦੇ ਨੇ ਔਰ ਆਪ ਕਿਉਂ ਬੋਲਦੇ ਨੇ। ਤਾਂ ਖਿਮਾ ਕਰਨਾ ਗੁਰੂ ਪਿਆਰ ਵਾਲ, ਐਸੇ ਜਿਤਨੇ ਵੀ ਕਰਮ ਨੇ ਇਹ ਸਾਰੇ ਭਰਮ ਨੇ। ਗੁਰੂ ਸਾਹਿਬ ਜੀ ਨੇ ਬਾਣੀ 'ਚ ਇਸੇ ਕਰਕੇ ਆਖਿਆ, ਮੋਨ ਵਿਗੂਤਾ ਕਿਉਂ ਜਾਗੈ ਗੁਰ ਬਿਨ ਸੂਤਾ। ਇਹ ਤਾਂ ਖੁਆਰ ਹੋਣ ਵਾਲੀ ਗੱਲ ਹੈ, ਇਹ ਖੁਆਰ ਹੋਣ ਵਾਲੀ। ਹਾਂ, ਮਨੁੱਖ ਨੇ ਸਾਦਾ, ਸਪਸ਼ਟ, ਮਿੱਠਾ ਬੋਲਣਾ ਹੈ, ਜ਼ਰੂਰਤ ਵੇਲੇ ਬੋਲਣਾ ਹੈ, ਜ਼ਰੂਰਤ ਵੇਲੇ ਚੁੱਪ ਵੀ ਰਹਿਣਾ। ਇਹ ਦੋ ਕਿਰਿਆ ਨੇ। ਪਰ ਮਨੁੱਖ ਆਖੇ ਵੀ ਮੈਂ ਜ਼ਬਾਨ ਤੋਂ ਅਗਰ ਕੋਈ ਸ਼ਬਦ ਕਹਾਂਗਾ ਮਨ ਦੀ ਅਵਸਥਾ ਭਟਕ ਜਾਏਗੀ, ਰੱਬ ਦੀ ਖੁਸ਼ੀ ਹਾਸਲ ਨਹੀਂ ਹੋਏਗੀ, ਐਸਾ ਸੋਚ ਲੈਣਾ ਇੱਕ ਵਹਿਮ ਤੋਂ, ਇੱਕ ਭਰਮ ਤੋਂ ਵੱਧ ਕੁਝ ਨਹੀਂ ਹੈ, ਇੱਕ ਕਰਮਕਾਂਡ ਤੋਂ ਵੱਧ ਕੁਝ ਨਹੀਂ। ਐਸਾ ਕਰਨਾ ਤੇ ਕਰਵਾਉਣਾ ਜਾਂ ਐਸੀ ਪੂਜਾ ਕਰਨ ਵਾਲੇ ਵੀ ਇਸੇ ਕਰਮਕਾਂਡ ਤੇ ਭਰਮ ਦੇ ਵਿੱਚ ਹੀ ਉਲਝੇ ਹੋਏ ਨੇ। ਹੁਣ ਗੁਰੂ ਦਾਤਾਰ ਨੇ ਆਖਿਆ ਵੀ ਜਿੰਨਾ ਚਿਰ ਅਸੀਂ ਇਸ ਸੰਸਾਰ ਦੇ ਅੰਦਰ ਹਾਂ, ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ। ਅਗਲੇ ਦੀ ਗੱਲ ਨੂੰ ਸੁਣ ਲੈਣਾ, ਸਮਝ ਲੈਣਾ, ਵਿਚਾਰ ਲੈਣਾ ਤੇ ਕਿਛ ਕਹੀਏ, ਕੁਝ ਕਹਿਣਾ। ਭਾਵ ਕਹਿਣਾ ਤੇ ਸੁਣਨਾ ਇਹ ਜੀਵਨ ਦੀਆਂ ਜਿਹੜੀਆਂ ਕਿਰਿਆਵਾਂ ਨੇ, ਸੱਚ ਦੀ ਸਾਂਝ ਬਣਾਉਂਦੀਆਂ ਨੇ, ਗਿਆਨ ਨਾਲ ਸਾਡਾ ਸੰਬੰਧ ਜੋੜਦੀਆਂ ਨੇ, ਨੇਕੀ ਵਾਲੇ ਪਾਸੇ ਸਾਨੂੰ ਪ੍ਰੇਰਦੀਆਂ ਨੇ। ਸਾਨੂੰ ਐਸਾ ਯਤਨ ਉਦਮ ਕਰਨਾ ਚਾਹੀਦਾ। ਤੋ ਸਤਿਗੁਰੂ ਆਖਦੇ ਨੇ, ਹੇ ਜੋਗੀ, ਧਰਮ ਦੀ ਦੁਨੀਆ ਦੇ ਅੰਦਰ ਸਭ ਤੋਂ ਵਡੇਰੀ ਗੱਲ ਹੈ ਵੀ ਅਗਰ ਕਿਸੇ ਨੂੰ ਕੁਝ ਪਤਾ ਹੈ ਤਾਂ ਉਸ ਕੋਲੋਂ ਕੁਝ ਸਿੱਖਿਆ ਜਾਏ, ਅਗਰ ਤੁਹਾਨੂੰ ਪਤਾ ਹੈ ਤਾਂ ਕਿਸੇ ਨੂੰ ਦੱਸਿਆ ਜਾਏ। ਤੋ ਇਸ ਕਰਕੇ ਗਿਆਨ ਦੀ ਸਾਂਝ ਬਣਾਓ। ਗਿਆਨ ਦੀ ਸਾਂਝ ਹੀ ਅਸਲ ਪ੍ਰਸ਼ਾਦ ਹੈ, ਜਿਹੜੀ ਸਾਡੀ ਬਿਰਤੀ ਨੂੰ ਤਬਦੀਲ ਕਰ ਸਕਦੀ ਹੈ, ਜਿਹੜੀ ਸਾਡੇ ਮਨ ਦੀ ਅਵਸਥਾ ਦੇ ਵਿੱਚ ਤਬਦੀਲੀ ਲਿਆ ਸਕਦੀ ਹੈ, ਜਿਹੜੀ ਗੱਲ ਸਾਡੇ ਵਿਹਾਰ ਤੇ ਕਿਰਦਾਰ ਦੇ ਵਿੱਚ ਫਰਕ ਪਾ ਸਕਦੀ ਹੈ, ਸਾਡੇ ਅੰਦਰੋਂ ਬੁਰਾਈ ਕੱਢ ਸਕਦੀ ਹੈ। ਉਹ ਚੰਗੀਆਂ ਗੱਲਾਂ ਨੇ, ਚੰਗਾ ਉਪਦੇਸ਼ ਹੈ, ਚੰਗੇ ਵਿਚਾਰ ਨੇ। ਪਰ ਉਹ ਤਾਂ ਹੀ ਅਸੀਂ ਗ੍ਰਹਿਣ ਕਰ ਸਕਾਂਗੇ ਜੇ ਅਸੀਂ ਕਿਸੇ ਕੋਲੋਂ ਕੁਝ ਸੁਣਾਂਗੇ ਤੇ ਜੇ ਅਸੀਂ ਕਿਸੇ ਨੂੰ ਕੁਝ ਕਹਾਂਗੇ। ਭਾਵ ਸਾਂਝ ਗਿਆਨ ਦੀ ਬਣੀ ਰਹੇਗੀ। ਤੇ ਜੇ ਅਸੀਂ ਕੰਨੀ ਬੁੱਝੇ ਦਿੱਤੇ ਹੋਏ ਨੇ ਵੀ ਕੰਨਾਂ ਨਾਲ ਸੁਣਨਾ ਕੱਖ ਨਹੀਂ, ਜ਼ੁਬਾਨ ਤੋਂ ਬੋਲਣਾ ਕੱਖ ਨਹੀਂ, ਤੇ ਫਿਰ ਤੇ ਸਾਂਝ ਨਹੀਂ ਬਣ ਸਕਦੀ ਨਾ। ਕੁਦਰਤ ਨੇ ਸਾਨੂੰ ਇਹ ਇੰਦਰੇ ਦਿੱਤੇ ਨੇ, ਅੱਖਾਂ ਨਾਲ ਅਸੀਂ ਵੇਖ ਰਹੇ ਹਾਂ ਸੰਸਾਰ ਨੂੰ, ਕੰਨਾਂ ਨਾਲ ਅਸੀਂ ਕੋਈ ਗੱਲ ਸੁਣ ਰਹੇ ਹਾਂ, ਜ਼ੁਬਾਨ ਨਾਲ ਇਹ ਸਾਂਝ ਬਣ ਰਹੀ ਹੈ ਸਾਡੀ। ਇਹਨੂੰ ਤਾਈਏ ਹੀ ਗਿਆਨ ਇੰਦਰੇ ਕਿਹਾ ਗਿਆ। ਗਿਆਨ ਇੰਦਰੀਆਂ ਦਾ ਅਰਥ ਹੀ ਜਿਹੜੇ ਗਿਆਨ ਸਾਂਝ ਬਣਾਉਂਦੇ ਨੇ ਸਾਡੀ। ਤੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਭੂਤ ਗਿਆਨ, ਗਿਆਨ ਦਾ ਚੂਰਮਾ ਹੈ ਜੋਗੀ ਛਕੋ ਤੇ ਛਕਾਓ। ਰੱਬੀ ਸਾਂਝ ਦੀ ਗੱਲ, ਰੱਬੀ ਗੁਣਾਂ ਦੀ ਗੱਲ, ਰੱਬੀ ਹੁਕਮ ਦੀ ਗੱਲ, ਧਰਮ ਦੀ ਗੱਲ, ਸਚਾਈ ਦੀ ਗੱਲ, ਭਲੇ ਦੀ ਗੱਲ, ਨੇਕੀ ਦੀ ਗੱਲ ਆਪਸ ਵਿੱਚ ਇੱਕ ਦੂਜੇ ਨਾਲ ਸਾਂਝੀ ਕਰੀਏ। ਨਾ ਕਿ ਕਿਧਰੇ ਕੋਨੇ ਵਿੱਚ ਜਾ ਕੇ ਬੈਠ ਕੇ ਅਸੀਂ ਆਪਣੇ ਸਰੀਰ ਨੂੰ ਇੱਕ ਅਟੰਕ ਟਿਕਾ ਕੇ ਕਿਸੇ ਅਖੌਤੀ ਧਿਆਨ ਦੇ ਵਿੱਚ ਮਗਨ ਹੋ ਜਾਈਏ ਜਾਂ ਕਿਸੇ ਅਖੌਤੀ ਸਮਾਧੀਆਂ ਦੇ ਵਿੱਚ ਲੀਨ ਹੋ ਜਾਈਏ। ਐਸਾ ਨਹੀਂ। ਰੱਬੀ ਗੱਲ ਕਰੀਏ ਤੇ ਕੋਈ ਨੇਕੀ ਦੀ ਗੱਲ ਸੁਣੀਏ। ਇਹ ਸੁਣਨ ਤੇ ਕਹਿਣ ਦੇ ਨਾਲ ਹੀ ਕੁਝ ਨਾ ਕੁਝ ਸਾਨੂੰ ਪਤਾ ਲੱਗੇਗਾ ਤੇ ਫਿਰ ਸਾਡੇ ਮਨ ਦੇ ਬਣੇ ਹੋਏ ਮਾੜੇ ਖਿਆਲ ਜਿਹੜੇ ਨੇ ਉਹਨਾਂ ਦੇ ਉੱਤੇ ਚੋਟ ਹੋਏਗੀ ਤੇ ਮਨ ਦੇ ਖਿਆਲਾਂ ਨਾਲ ਹੀ ਬਦਲੇ ਜਾ ਸਕਦੇ, ਵਿਚਾਰਾਂ ਨੂੰ ਵਿਚਾਰਾਂ ਨਾਲ ਹੀ ਬਦਲਿਆ ਜਾ ਸਕਦਾ ਹੈ। ਹੋਰ ਕੋਈ ਤਰੀਕਾ ਨਹੀਂ ਹੈ। ਤਾਈਓ ਗੁਰੂ ਨੇ ਬਾਣੀ ਚ ਕਿਹਾ, ਗਿਆਨ ਕਾ ਬੱਧਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ, ਮਨ ਸਮਝਾਵਨ ਕਾਰਣੇ ਕਛੂਅਕ ਪੜੀਏ ਗਿਆਨ। ਤਾਈਓ ਸਤਿਗੁਰੂ ਜੀ ਬਾਣੀ ਚ ਕਹਿੰਦੇ ਨੇ, ਗੁਰ ਕੈ ਸ਼ਬਦ ਬਣਾਵੋ ਇਹ ਮਨ। ਇਹ ਸਾਰੇ ਬਚਨ ਇਸ ਗੱਲ ਵਾਸਤੇ ਸਤਿਗੁਰੂ ਸਾਨੂੰ ਪ੍ਰੇਰਨਾ ਕਰਦੇ ਨੇ
ਵੀ ਮਨ ਦੀ ਅਵਸਥਾ ਵਿੱਚ, ਸਾਡੀ ਬਿਰਤੀ ਵਿੱਚ, ਸਾਡੀ ਸੁਰਤੀ ਵਿੱਚ ਤਬਦੀਲੀ ਕੇਵਲ ਚੰਗੇ ਵਿਚਾਰਾਂ ਨਾਲ ਆ ਸਕਦੀ ਹੈ। ਤੇ ਉਹਨਾਂ ਦੇ ਲਈ ਸਾਨੂੰ ਸਾਂਝ ਬਣਾਉਣੀ ਪਏਗੀ, ਉਦਮ ਕਰਨਾ ਪਏਗਾ। ਤੋ ਸਤਿਗੁਰੂ ਆਖਦੇ ਕਿੰਨਾ ਚੰਗਾ ਹੋਵੇ ਜੇ ਐਸਾ ਪ੍ਰਸ਼ਾਦ ਅਸੀਂ ਛਕੀਏ ਤੇ ਐਸਾ ਪ੍ਰਸ਼ਾਦ ਛਕਾਉਣ ਦਾ ਆਹਰ ਕਰੀਏ ਜਿਹੜਾ ਗਿਆਨ ਦਾ ਸਾਂਝ ਦਾ ਹੋਵੇ। ਸਤਿਗੁਰੂ ਆਖਦੇ ਨੇ ਪਰ ਇਹਨੂੰ ਵਰਤਾਏਗਾ ਕੌਣ? ਹੁਣ ਗਿਆਨ ਲੈਣਾ ਤੇ ਗਿਆਨ ਦੇਣਾ, ਗਿਆਨ ਦਾ ਪ੍ਰਸ਼ਾਦ ਛਕਣਾ ਤੇ ਛਕਾਉਣਾ, ਇਹ ਛਕਾਉਣ ਵਾਲਾ ਕੌਣ ਹੋਵੇ? ਵਿਦਵਾਨਾਂ ਦਾ ਮਤ ਹੈ, ਖਿਆਲ ਹੈ, ਉਹ ਕਹਿੰਦੇ ਨੇ ਵੀ ਜੋਗ ਮਤ ਵਿੱਚ ਔਰ ਹਿੰਦੂ ਧਰਮ ਦੇ ਅੰਦਰ ਨਾ ਇੱਕ ਦੇਵੀ ਮੰਨੀ ਗਈ ਹੈ ਜਿਹੜੀ ਅੰਨ ਭੋਜਨ ਆਦਿਕ ਸਾਨੂੰ ਦਿੰਦੀ ਹੈ। ਉਹ ਅੰਨ ਭੋਜਨ ਪਕਵਾਨ ਜੋ ਦਿੰਦੀ ਏ ਉਹਨੂੰ ਕਹਿੰਦੇ ਨੇ ਅੰਨਪੂਰਨਾ ਦੇਵੀ। ਇਸ ਕਰਕੇ ਜੋਗੀ ਉਸ ਅੰਨਪੂਰਨਾ ਦੇਵੀ ਨੂੰ ਬੜਾ ਸਲਾਉਂਦੇ ਹਨ ਔਰ ਉਸ ਨੂੰ ਭੰਡਾਰਨ ਕਹਿੰਦੇ ਹਨ। ਉਹ ਕਹਿੰਦੇ ਨੇ ਵੀ ਇਹ ਜੋ ਰਿਜ਼ਕ ਹੈ ਨਾ ਸਾਡੇ ਕੋਲੇ, ਜੋ ਪ੍ਰਸ਼ਾਦ ਚੂਰਮਾ ਹੈ, ਇਹ ਜੋ ਖਾਣ ਪੀਣ ਦੀਆਂ ਚੀਜ਼ਾਂ ਨੇ, ਇਹ ਅੰਨਪੂਰਨਾ ਨਾਮ ਦੀ ਦੇਵੀ ਪੂਰੀ ਕਰਦੀ ਹੈ। ਇਸ ਕਰਕੇ ਮਤ ਸੋਚੋ ਵੀ ਸਾਨੂੰ ਗ੍ਰਸਤੀ ਦਿੰਦਾ ਕਿਸੇ ਦੀ ਕਿਰਤ ਨਾਲ ਜਾਂ ਕਿਸੇ ਦੇ ਗ੍ਰਸਤ ਨਾਲ ਹੀ, ਇਹ ਤਾਂ ਅੰਨਪੂਰਨਾ ਦੇਵੀ ਹੀ ਹੈ ਜਿਹੜੇ ਸਾਡੇ ਖੱਪਰ ਦੇ ਵਿੱਚ ਕੁਝ ਨਾ ਕੁਝ ਪਾਉਂਦੀ ਹੈ ਤੇ ਅਸੀਂ ਛਕਦੇ ਹਾਂ। ਵੀ ਦੇਖੋ ਮਨੁੱਖ ਕਿੰਨਾ ਚਲਾਕ ਏ। ਇੱਕ ਕਿਰਤੀ ਨੇ ਕਿੰਨੀ ਹੱਡ ਭੰਨ ਕੇ ਮਿਹਨਤ ਕੀਤੀ ਏ, ਧੁੱਪ ਛਾਂ ਦੇ ਵਿੱਚ ਉਸਨੇ ਕਿਰਤ ਕੀਤੀ, ਫਿਰ ਉਸਨੇ ਆਪਣੀ 10 ਨਹੁੰਆਂ ਦੀ ਕਮਾਈ ਦੇ ਨਾਲ ਆਪਣਾ ਪਰਿਵਾਰ ਪਾਲਣਾ ਹੈ। ਉਹਦੇ ਵਿੱਚੋਂ ਕੁਝ ਹਿੱਸਾ ਉਹਨੇ ਦਰਵਾਜ਼ੇ ਤੇ ਆਏ ਕਿਸੇ ਤਿਆਗੀ ਜਾਂ ਮੰਗਤੇ ਜਾਂ ਖੈਰ ਮੰਗਣ ਵਾਲੇ ਨੂੰ ਵੀ ਚਲੋ ਹੁਣ ਦਰਵਾਜ਼ੇ ਤੇ ਹੀ ਆ ਗਏ ਤੇ ਖਾਲੀ ਕਿਉਂ ਮੋੜਨਾ, ਉਹਨੂੰ ਵੀ ਕੁਝ ਹਿੱਸਾ ਦੇ ਦਿੱਤਾ। ਹੁਣ ਲੈਣ ਵਾਲਾ ਜਿਹਨੇ ਉਹ ਭੀਖ ਲਈਏ, ਜਿਹਨੇ ਉਹ ਭਿੱਖਿਆ ਲਈਏ, ਜਿਹਨੇ ਉਹ ਖੈਰ ਲਈਏ, ਜਿਹਨੇ ਮੰਗ ਕੇ ਖਾਧਾ, ਉਹ ਇੰਨਾ ਵੀ ਧੰਨਵਾਦ ਨਹੀਂ ਕਰ ਰਿਹਾ ਵੀ ਭਾ ਤੇਰਾ ਧੰਨਵਾਦ ਹੈ, ਹੇ ਭਾਈ ਤੇਰੀ ਮਿਹਰਬਾਨੀ ਵੀ ਤੂੰ ਮੈਨੂੰ ਖਾਣ ਵਾਸਤੇ ਦਿੱਤਾ, ਤੂੰ ਮੈਨੂੰ ਜਾਣਦਾ ਨਹੀਂ, ਤੇਰਾ ਮੇਰੇ ਨਾਲ ਕੋਈ ਸਾਂਝ ਨਹੀਂ, ਸੰਪਰਕ ਨਹੀਂ, ਫਿਰ ਵੀ ਤੂੰ ਮੈਨੂੰ ਆਪਣੇ ਦਰਵਾਜ਼ੇ ਤੋਂ ਖਾਲੀ ਨਹੀਂ ਮੋੜਿਆ। ਇਹ ਨਹੀਂ ਆਖਿਆ ਉਸਨੇ ਤੇਰਾ ਧੰਨਵਾਦ ਹੈ, ਬਲਕਿ ਇਹ ਆਖਿਆ ਤੂੰ ਥੋੜੀ ਦੇ ਰਿਹਾ, ਇਹ ਤਾਂ ਮੈਨੂੰ ਕੋਈ ਅੰਨਪੂਰਨਾ ਦੇਵੀ ਦੇ ਰਹੀ ਹੈ, ਇਹ ਤਾਂ ਦੇਵੀ ਨੇ ਤੇਰੇ ਕੋਲ ਭੇਜਿਆ ਹੋਇਆ ਮੇਰਾ ਪਕਵਾਨ ਤੇ ਉਹ ਮੈਂ ਤੇਰੇ ਕੋਲੋਂ ਲੈ ਰਿਹਾ, ਇਸ ਕਰਕੇ ਤੇਰਾ ਕੱਖ ਨਹੀਂ ਇਹਦੇ ਵਿੱਚ। ਇਹ ਕਿੰਨੀ ਵੱਡੀ ਅਕਿਰਤ ਘਣਤਾ ਦੀ ਗੱਲ ਹੈ ਕਿ ਜਿਹੜਾ ਹੱਡ ਭੰਨ ਕੇ ਮਿਹਨਤ ਕਰਕੇ ਦੇ ਰਿਹਾ, ਉਸ ਦੀ ਕਿਰਤ ਦਾ, ਉਸ ਦੀ ਮਿਹਨਤ ਦਾ, ਉਸ ਵਿਅਕਤੀ ਦਾ ਕੋਈ ਧੰਨਵਾਦ ਨਹੀਂ ਜਿਸ ਨੇ ਸਾਨੂੰ ਕੁਝ ਦੇ ਦਿੱਤਾ। ਬਲਕਿ ਜੋਗੀ ਨੇ ਇੱਕ ਖਿਆਲ ਪਾੜ ਲਿਆ ਵੀ ਇਹ ਅੰਨਪੂਰਨਾ ਦੇਵੀ ਹੀ ਮੈਨੂੰ ਸਾਰਾ ਕੁਝ ਦੇ ਰਹੀ ਹੈ। ਹੁਣ ਗੁਰੂ ਸਾਹਿਬ ਸੱਚੇ ਪਾਤਸ਼ਾਹ ਆਖਦੇ ਨੇ, ਹੇ ਜੋਗੀ ਜੀ ਤੁਸੀਂ ਭੰਡਾਰਨ ਦਾ ਅਰਥ ਹੁੰਦਾ ਭੰਡਾਰਾ ਵਰਤਾਉਣ ਵਾਲੀ, ਪਕਵਾਨ ਦੇਣ ਵਾਲੀ, ਰਿਜ਼ਕ ਦੇਣ ਵਾਲੀ, ਅੰਨ ਪਾਣੀ ਦੇਣ ਵਾਲੀ, ਉਹ ਭੰਡਾਰਨ ਦੇਵੀ ਨੂੰ ਸਮਝਦੇ ਹੋ, ਅੰਨਪੂਰਨਾ ਦੇਵੀ ਨੂੰ। ਪਰ ਹੇ ਜੋਗੀ ਜੀ ਇਹ ਜਿਹੜਾ ਗਿਆਨ ਦਾ ਪ੍ਰਸ਼ਾਦ ਹੈ ਨਾ, ਜੇ ਇਹ ਤੁਸੀਂ ਵੰਡੋਗੇ, ਇਹ ਤੁਸੀਂ ਛਕੋਗੇ, ਇਹ ਤੁਸੀਂ ਗ੍ਰਹਿਣ ਕਰੋਗੇ, ਤਾਂ ਇਹ ਗਿਆਨ ਦਾ ਪ੍ਰਸ਼ਾਦ ਕੌਣ ਵੰਡੇਗਾ? ਦਇਆ ਭੰਡਾਰਨ। ਇਹ ਰੱਬ ਦੀ ਦਇਆ ਦੇ ਵਿੱਚੋਂ ਇਹ ਪ੍ਰਸ਼ਾਦ ਆਏਗਾ। ਇਹਨੂੰ ਵੰਡਣ ਵਾਲੀ ਕੌਣ ਹੈ? ਰੱਬ ਦੀ ਪੈਦਾ ਕੀਤੀ ਹੋਈ ਦਇਆ ਦੀ ਭਾਵਨਾ। ਧਿਆਨ ਦਿਓ, ਗਿਆਨ ਧੱਕੇ ਨਾਲ ਨਹੀਂ ਵੰਡਿਆ ਜਾ ਸਕਦਾ, ਦਇਆ ਨਾਲ, ਪਿਆਰ ਨਾਲ ਵੰਡਿਆ ਜਾ ਸਕਦਾ। ਜਿਹੜਾ ਬੰਦਾ ਆਖੇ ਨਾ ਮੈਂ ਧੱਕੇ ਨਾਲ ਦੂਸਰੇ ਨੂੰ ਚੰਗੀ ਗੱਲ ਸਿਖਾ ਦਿਆਂਗਾ, ਧੱਕੇ ਨਾਲ ਦੂਸਰੇ ਨੂੰ ਨੇਕ ਬਣਾ ਦਿਆਂਗਾ, ਕੋਈ ਕਿਸੇ ਦੇ ਅੜੀਅਲ ਸੁਭਾਅ ਤੋਂ ਪ੍ਰਭਾਵਿਤ ਨਹੀਂ ਹੋ ਸਕਦਾ। ਕੋਈ ਕਿਸੇ ਦੇ ਕਠੋਰ ਸੁਭਾਅ ਤੋਂ ਡਰਦਾ ਹੋਇਆ ਤੇ ਭਾਵੇਂ ਜ਼ਰੂਰ ਕਹਿ ਦੇ ਠੀਕ ਹੈ ਜੀ ਤੁਹਾਡੀ ਗੱਲ ਸਹੀ ਹੈ, ਕਿਉਂਕਿ ਬੰਦਾ ਸੋਚਦਾ ਐਵੇਂ ਪੱਥਰ ਦੇ ਲਾਦਮੀ ਹੈ, ਕੁਰਖਤ ਬੰਦਾ ਹੈ, ਕੌੜੇ ਸੁਭਾਅ ਦਾ ਬੰਦਾ ਹੈ, ਕਹੇ ਛੱਡੋ ਇਹਦੇ ਸਾਹਮਣੇ ਹੱਥ ਜੋੜ ਕੇ ਠੀਕ ਹੈ ਜੀ ਤੁਹਾਡੀ ਗੱਲ ਮੰਨੀ, ਵੀ ਘੱਟੋ ਘਾਟੇ ਬੰਦਾ ਮਗਰੋਂ ਤੇ ਲੈ ਜਾਏ, ਐਵੇਂ ਕੰਨ ਖਾਂਦਾ ਰਹੇਗਾ, ਕੋਈ ਲੜਾਈ ਕੋਈ ਕਲੇਸ਼ ਛੇੜ ਲਵਾਂਗੇ, ਫਾਇਦਾ ਕੀ ਹੈ? ਇਸ ਨੂੰ ਤੋਰੋ, ਮੰਨਿਓ ਭਾਵੇਂ ਨਾ ਮੰਨਿਓ, ਕੋਈ ਜੀਵਨ ਤੇ ਅਸਰ ਨਹੀਂ ਹੋਏਗਾ ਉਸ ਗੱਲ ਦਾ। ਬੰਦਾ ਉਹ ਮੁਸੀਬਤ ਨੂੰ ਟਾਲਣ ਵਾਸਤੇ ਹੱਥ ਜੋੜ ਕੇ ਕਹਿ ਸਕਦਾ ਬਾਹਰੋਂ ਵੀ ਠੀਕ ਹੈ ਜੀ ਤੁਹਾਡੀ ਗੱਲ ਤੇ ਬੜੀ ਚੰਗੀ ਹੈ, ਮੰਨ ਲਈ, ਪਰ ਦਿਲੋਂ ਨਹੀਂ ਮੰਨੇਗਾ। ਮਨ ਅੰਦਰ ਗੱਲ ਆਏਗੀ, ਇਸ ਅੜੀਅਲ, ਇਸ ਕੁਰਖਤ, ਇਸ ਜ਼ਾਲਮ, ਇਸ ਪੱਥਰ ਦਿਲ, ਇਸ ਕੌੜੇ ਬੰਦੇ ਦੀ ਗੱਲ ਮੈਂ ਮੰਨਾਂ, ਮੈਨੂੰ ਕੀ ਲੋੜ ਹੈ? ਨਹੀਂ ਮੰਨ ਸਕੇਗਾ। ਪਰ ਜੇ ਕੋਈ ਦਇਆਵਾਨ ਹੈ, ਚੰਗਾ ਹੈ, ਮਿੱਠਤ ਵਾਲਾ ਹੈ, ਨੇਕੀ ਵਾਲਾ ਹੈ, ਭਲਾ ਹੈ, ਉਸ ਦੀ ਕਹੀ ਹੋਈ ਗੱਲ ਜੀਵਨ ਉੱਤੇ ਬਹੁਤ ਅਸਰ ਕਰੇਗੀ। ਉਸ ਦੇ ਜੀਵਨ ਵਿਹਾਰ, ਕਿਰਦਾਰ ਵੱਲ ਵੇਖ ਕੇ ਮਨੁੱਖ ਆਪਣੇ ਆਪ ਹੀ ਪ੍ਰਭਾਵਿਤ ਹੋ ਜਾਏਗਾ। ਬਹੁਤ ਵੱਡਾ ਅੰਤਰ ਹੈ। ਸਤਿਗੁਰੂ ਨੇ ਆਖਿਆ ਗਿਆਨ ਵੀ। ਹੁਣ ਜੋਗੀ ਕੀ ਕਰਦੇ ਸਨ? ਜੋਗੀਆਂ ਨੂੰ ਆਪਣੇ ਤਿਆਗ ਦਾ ਇੰਨਾ ਕੁ ਮਾਣ ਤੇ ਹੰਕਾਰ ਸੀ ਵੀ ਉਹ ਗ੍ਰਸਤੀ ਨੂੰ ਤਾਂ ਪਹਿਲੀ ਤਾਂ ਗੱਲ ਨੇੜੇ ਹੀ ਨਹੀਂ ਸਨ ਲਾਉਂਦੇ। ਗ੍ਰਸਤੀ ਅਗਰ ਕਹਿੰਦਾ ਜੀ ਮੈਨੂੰ ਵੀ ਕੋਈ ਰੱਬ ਦੀ, ਕੋਈ ਅਧਿਆਤਮਕ, ਕੋਈ ਧਰਮ ਦੀ, ਕੋਈ ਸੱਚ ਦੀ ਗੱਲ ਦੱਸੋ, ਉਹ ਕਹਿੰਦੇ ਜਾ ਚਲਿਆ ਜਾ, ਗ੍ਰਸਤ ਦਾ ਅਧਿਆਤਮਕ, ਰੱਬ ਦੀ ਔਰ ਧਰਮ ਦੀ ਗੱਲ ਨਾਲ ਕੀ ਸੰਬੰਧ ਹੈ? ਤੂੰ ਸੁਣ ਵੀ ਲਿਆ, ਤੈਨੂੰ ਕੀ ਅਸਰ ਪੈਣਾ ਜਿਹੜਾ ਹੈ ਹੀ ਗ੍ਰਸਤ ਚ? ਤੂੰ ਤਿਆਗੀ ਬੰਦਾ ਹੀ ਇਹਨਾਂ ਗੱਲਾਂ ਦਾ ਅਧਿਕਾਰੀ ਹੈ, ਤੂੰ ਅਧਿਕਾਰੀ ਨਹੀਂ ਇਹਨਾਂ, ਕਿਉਂਕਿ ਤੈਥੋਂ ਮੰਨੀਆਂ ਨਹੀਂ ਜਾਣੀਆਂ, ਤੈਥੋਂ ਕਮਾਈਆਂ ਨਹੀਂ ਜਾਣੀਆਂ। ਇਹੀ ਫਰਕ ਸੀ ਨਾ। ਗੁਰੂ ਨਾਨਕ ਮਹਾਰਾਜ ਨੂੰ ਉਹਨਾਂ ਵਰਗੇ ਹੀ ਲਿਬਾਸ ਪਹਿਨ ਕੇ, ਉਹਨਾਂ ਵਰਗੇ ਹੀ ਉਹੋ ਜਿਹੇ ਰੰਗ ਦੇ ਕੱਪੜੇ ਪਹਿਨ ਕੇ ਹੀ ਉਹਨਾਂ ਦੇ ਵਿੱਚ ਜਾਣਾ ਪਿਆ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜਾਣਦੇ ਸਨ
ਵੀ ਗ੍ਰਸਤੀ ਦਾ ਪਹਿਰਾਵਾ, ਆਮ ਜਿਹਾ ਪਹਿਰਾਵਾ ਦੇਖ ਕੇ, ਕਿਰਤੀ ਆਦਮੀ ਦਾ ਪਹਿਰਾਵਾ ਦੇਖ ਕੇ ਇਹਨਾਂ ਦੇ ਤੇਵਰ ਹੀ ਬਦਲ ਜਾਂਦੇ ਨੇ। ਇਹ ਪਹਿਲੀ ਤਾਂ ਗੱਲ ਕਰਨ ਨੂੰ ਹੀ ਤਿਆਰ ਨਹੀਂ ਹੋਣਗੇ। ਤੋ ਜਿੰਨਾ ਚਿਰ ਗੱਲਬਾਤ ਨਹੀਂ ਹੋਏਗੀ, ਵਿਚਾਰ ਨਹੀਂ ਹੋਏਗੀ, ਚਰਚਾ ਨਹੀਂ ਹੋਈ, ਕਿਵੇਂ ਗੱਲ ਚੱਲੇਗੀ। ਉਹਨਾਂ ਨੇ ਪਹਿਰਾਵਾ ਉਹੋ ਜਿਹਾ ਪਹਿਨ ਲਿਆ ਵੀ ਇਹਨਾਂ ਨੂੰ ਇਹ ਬਹਾਨਾ ਪਹਿਲੋਂ ਨਹੀਂ ਮਿਲਣਾ ਚਾਹੀਦਾ ਵੀ ਤੂੰ ਕਿਰਤੀ ਹੈ, ਗ੍ਰਸਤੀ, ਅਸੀਂ ਤੇਰੇ ਨਾਲ ਗੱਲਾਂ ਕਰਕੇ ਸਮਾਂ ਖਰਾਬ ਨਹੀਂ ਕਰਨਾ ਚਾਹੁੰਦੇ, ਇਸ ਕਰਕੇ ਅਸੀਂ ਤੇਰੇ ਨਾਲ ਕੋਈ ਸੰਵਾਦ ਨਹੀਂ ਕਰਨਾ। ਸਤਿਗੁਰੂ ਨੇ ਪਹਿਰਾਵਾ ਉਹੋ ਜਿਹਾ ਪਹਿਨ ਲਿਆ ਔਰ ਆਪਣੇ ਵਿਚਾਰਾਂ ਰਾਹੀਂ ਇਹ ਪ੍ਰੋੜਤਾ ਕੀਤੀ, ਇਹ ਸਿੱਧ ਕੀਤਾ, ਸ਼ਬਦ ਜੀਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ, ਵੀ ਗੁਰਮਤ ਦਾ ਮਾਰਗ ਇਹਨਾਂ ਸਾਰੇ ਝੰਜਟਾਂ ਵਿੱਚੋਂ, ਉਲਝਣਾਂ ਵਿੱਚੋਂ ਵੱਖਰਾ ਹੈ, ਨਿਰਾਲਾ ਹੈ। ਗੁਰਮਤ ਦਾ ਮਾਰਗ ਬੜਾ ਸਹਿਜ ਤੇ ਸੁਖੈਨ ਹੈ। ਗੁਰਮਤ ਦਾ ਮਾਰਗ ਇਹ ਗੱਲ ਕਹਿੰਦਾ ਹੈ ਗ੍ਰਸਤ ਵਿੱਚ ਰਹਿੰਦਿਆਂ ਵੀ ਪਰਮ ਸੱਚ ਨੂੰ ਪਾਇਆ ਜਾ ਸਕਦਾ ਹੈ। ਸਤਿਗੁਰੂ ਨੇ ਇਹ ਜਤਾ ਦਿੱਤਾ ਆਪਣੇ ਵਿਚਾਰ ਰਾਹੀਂ। ਤੋ ਪੁੱਛਦੇ ਤਾਂ ਹੋਣਗੇ ਨਾ, ਫਿਰ ਤੁਸੀਂ ਕੌਣ ਹੋ? ਤੁਹਾਡੇ ਖਿਆਲ, ਤੁਹਾਡੇ ਵਿਚਾਰ ਗ੍ਰਸਤ ਦੀ ਪ੍ਰੋੜਤਾ ਕਰਦੇ ਨੇ, ਸਮਾਜ ਨੂੰ ਦਰਕਾਰਦੇ ਨਹੀਂ, ਸਮਾਜ ਵਿੱਚ ਰਹਿਣ ਦੀ ਗੱਲ ਕਰਦੇ ਨੇ। ਤੇ ਗੁਰੂ ਬਾਬੇ ਨੇ ਆਖਿਆ ਹੋਏਗਾ ਮੈਂ ਵੀ ਇੱਕ ਕਿਰਤੀ ਹਾਂ, ਇੱਕ ਗ੍ਰਸਤੀ ਹਾਂ, ਇਸ ਕਰਕੇ ਮੈਂ ਇਹੋ ਜਿਹੇ ਵਿਚਾਰ ਰੱਖਦਾ ਹਾਂ। ਤੋ ਗੱਲ ਸੌਖੀ ਹੋ ਗਈ, ਗੱਲਬਾਤ ਕਰਨ ਦਾ ਢੰਗ ਸੌਖਾ ਹੋ ਗਿਆ। ਤੋ ਜੋਗੀ ਲੋਕ ਤਿਆਗੀਆਂ ਦੇ ਨਾਲ ਅੜੀਅਲ ਸੁਭਾਅ ਨਾਲ, ਕਿਉਂਕਿ ਤਿਆਗ ਦੀ ਹਉਮੈ ਹੁੰਦੀ ਏ, ਜੋਗ ਦੀਆਂ ਜੁਗਤਾਂ ਦੀ ਹਉਮੈ ਹੈ, ਜੋਗ ਦੇ ਮਾਰਗ ਦੀ ਹਉਮੈ ਹੈ, ਜੋਗ ਦੀ ਕਿਸ ਸੰਪਰਦਾ ਨਾਲ ਸੰਬੰਧ ਰੱਖਦੇ ਆ ਇਹ ਗੱਲ ਦੀ ਹਉਮੈ ਹੈ। ਬਹੁਤ ਵੱਡਾ ਅੰਤਰ ਹੈ। ਹੁਣ ਧਿਆਨ ਦੇਣਾ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਗਿਆਨ ਦੀ ਸਾਂਝ ਵੀ ਦਇਆ ਤੋਂ ਬਿਨਾਂ ਨਹੀਂ ਬਣ ਸਕਦੀ। ਅਗਰ ਤੁਸੀਂ ਗਿਆਨ ਲੈਣਾ ਤਾਂ ਮਨ 'ਚ ਤਰਸ, ਦਇਆ ਰੱਖਣੀ ਪਏਗੀ, ਪਿਆਰ ਰੱਖਣਾ ਪਏਗਾ। ਅਗਰ ਗਿਆਨ ਵੰਡਣਾ ਤਾਂ ਦਇਆ ਨਾਲ ਹੀ ਵੰਡਣਾ ਪਏਗਾ ਵੀ ਵਿਚਾਰੇ ਨੂੰ, ਇਹਨੂੰ ਰੱਬ ਦੇ ਬਣਾਏ ਬੰਦੇ ਨੂੰ, ਭਰਾ ਨੂੰ, ਭੈਣ ਨੂੰ ਇਸ ਗੱਲ ਦਾ ਪਤਾ ਨਹੀਂ, ਚਲੋ ਇਹਨੂੰ ਦੱਸ ਦਈਏ ਤਾਂ ਕਿ ਇਹ ਉਲਝਣ ਤੋਂ ਬਚ ਜਾਏ, ਤਾਂ ਕਿ ਭਰਮ ਭੁਲੇਖੇ ਵਿੱਚ ਪੈਣ ਤੋਂ ਬਚ ਜਾਏ, ਤਾਂ ਕਿ ਗਲਤ ਰਾਹ ਦੇ ਉੱਤੇ ਨਾ ਤੁਰ ਪਵੇ। ਦਇਆ ਹੋਵੇ, ਤਰਸ ਹੋਵੇ ਤਾਂ ਹੀ ਗਿਆਨ ਵੰਡਿਆ ਜਾਂਦਾ। ਧੱਕੇ ਨਾਲ ਗਿਆਨ ਨਾ ਲਿਆ ਜਾਂਦਾ ਹੈ ਤੇ ਨਾ ਦਿੱਤਾ ਜਾ ਸਕਦਾ। ਧਿਆਨ ਦੇਣਾ ਇਸ ਗੱਲ ਵੱਲ। ਜ਼ਬਰਦਸਤੀ ਨਾਲ, ਧੱਕੇ ਨਾਲ, ਕਰੂਰਤਾ ਨਾਲ, ਕਠੋਰਤਾ ਨਾਲ, ਕੁਸ਼ੈਲੇ ਢੰਗ ਨਾਲ ਨਾ ਗਿਆਨ ਲਿਆ ਜਾ ਸਕਦਾ ਤੇ ਨਾ ਗਿਆਨ ਦਿੱਤਾ ਜਾ ਸਕਦਾ। ਇਸ ਕਰਕੇ ਗੁਰੂ ਨੇ ਆਖਿਆ ਪ੍ਰਸ਼ਾਦ ਗਿਆਨ ਦਾ ਹੋਵੇ ਤੇ ਵੰਡਣ ਵਾਲੀ ਦਇਆ ਹੋਵੇ। ਭੁਗਤ ਗਿਆਨ ਦਇਆ ਭੰਡਾਰਨ। ਔਰ ਅੱਗੇ ਸ਼ਬਦ ਆਖਿਆ ਘਟ ਘਟ ਵਾਜੈ ਹੈ ਨਾਦ। ਗੁਰੂ ਸਾਹਿਬ ਦੇ ਜੀਵਨ 'ਚ ਅਸੀਂ ਇਹ ਬਾਤ ਪੜ੍ਹਦੇ ਹਾਂ। ਗੁਰੂਦੇਵ ਨੇ ਕੌਡੇ ਨੂੰ ਵੀ ਭਾਈ ਕਹਿ ਕੇ ਬੁਲਾਇਆ, ਸੱਜਣ ਨੂੰ ਵੀ ਭਾਈ ਕਹਿ ਕੇ ਬੁਲਾਇਆ, ਭੂਮੀਏ ਨੂੰ ਵੀ ਭਾਈ ਕਹਿ ਕੇ ਬੁਲਾਇਆ। ਬੜੀ ਨਿਮਰਤਾ ਸਹਿਤ ਸਤਿਗੁਰੂ ਨੇ ਉਹਨਾਂ ਨੂੰ ਗੱਲ ਆਖੀ ਵੀ ਅਸਲ ਸੱਚ ਜੀਵਨ ਦਾ ਤੇ ਇਹੋ ਹੀ ਹੈ। ਤੁਸੀਂ ਭਰਮੇ ਹੋਏ ਹੋ, ਭਟਕੇ ਹੋਏ ਹੋ, ਭੁੱਲੇ ਹੋਏ ਹੋ। ਸਤਿਗੁਰੂ ਦਾ ਉਪਦੇਸ਼ ਉਹਨਾਂ ਦੀ ਸੁਰਤ ਉੱਤੇ, ਮਨ ਉੱਤੇ ਬੜੇ ਡੂੰਘੇ ਢੰਗ ਨਾਲ ਅਸਰ ਕਰਦਾ ਗਿਆ ਔਰ ਜੀਵਨ ਬਦਲਦੇ ਗਏ। ਗੁਰੂ ਸਾਹਿਬ ਨੇ ਦਾਅਵਾ ਨਹੀਂ ਸੀ ਕੀਤਾ ਮੈਂ ਇਹਨਾਂ ਨੂੰ ਬਦਲ ਦਿਆਂ। ਗੁਰੂ ਸਾਹਿਬ ਨੇ ਆਖਿਆ ਮੈਂ ਇਹਨਾਂ ਨੂੰ ਧਰਮ ਦੀ, ਸੱਚ ਦੀ, ਰੱਬ ਦੀ ਗੱਲ ਦੱਸਾਂਗਾ। ਬਦਲਣਾ ਕਿ ਨਹੀਂ ਬਦਲਣਾ ਤਾਂ ਮਨੁੱਖ ਦੀ ਮਨੋ ਅਵਸਥਾ ਦੇ ਉੱਤੇ ਗੱਲ ਟਿਕੀ ਹੁੰਦੀ ਏ। ਪਰ ਸਤਿਗੁਰੂ ਦਾ ਉਹ ਗਿਆਨ ਦਾ ਹਥਿਆਰ ਕਾਰਗਰ ਸਾਬਤ ਹੋਇਆ। ਪਰ ਉਹਨੂੰ ਜੋ ਵੰਡਣ ਦਾ ਢੰਗ ਸੀ ਨਾ, ਧਿਆਨ ਦੇਣਾ, ਉਸ ਗਿਆਨ ਨੂੰ ਜੋ ਵੰਡਣ ਦਾ ਢੰਗ ਸੀ ਬੜਾ ਅਲੌਕਿਕ ਹੈ, ਬੜਾ ਨਿਰਾਲਾ ਹੈ। ਕਿਉਂਕਿ ਗੁਰੂ ਜੋ ਗਿਆਨ ਵੰਡ ਰਹੇ ਨੇ ਉਹ ਸੰਸਾਰ ਦੇ ਲੋਕਾਂ ਨੂੰ ਹੀਣੇ, ਨੀਚ, ਕਮਜ਼ੋਰ ਤੇ ਪਾਪੀ ਸਮਝ ਕੇ ਨਹੀਂ ਵੰਡ ਰਹੇ। ਗੁਰੂ ਪਾਪ ਕਰਨ ਵਾਲੇ ਕੋਲ ਵੀ ਗਏ ਤਾਂ ਤਰਸ ਰੱਖ ਕੇ, ਦਇਆ ਰੱਖ ਕੇ ਵੀ ਇਹ ਮੇਰਾ ਹੀ, ਮੇਰੇ ਸਰੀਰ ਦਾ ਕੋਈ ਅੰਗ ਮੈਲਾ ਹੋ ਜਾਏ ਤੇ ਮੈਂ ਉਹਨੂੰ ਧੋਣਾ, ਉਹਨੂੰ ਨਫ਼ਰਤ ਥੋੜੀ ਕਰਦਾ। ਮੇਰੇ ਸਰੀਰ ਦੇ ਕਿਸੇ ਹਿੱਸੇ ਦੇ ਉੱਤੇ ਜ਼ਖਮ ਹੋ ਜਾਏ, ਉਹ ਚੋਂ ਖੂਨ ਵਗੇ, ਚਮੜੀ ਉੱਡ ਜਾਏ ਤਾਂ ਮੈਂ ਉਹਨੂੰ ਕੱਟ ਦੇਣ ਦੀ ਵਕਾਲਤ ਨਹੀਂ ਕਰਦਾ, ਮੈਂ ਉਹਨੂੰ ਠੀਕ ਕਰਨ ਦੀ ਵਕਾਲਤ ਕਰਦਾ ਹਾਂ। ਧਰਮੀ ਮਨੁੱਖ ਦੀ ਸੋਚ ਅੰਦਰ ਇਹ ਬਾਤ ਹੁੰਦੀ ਹੈ ਔਰ ਸਤਿਗੁਰੂ ਮਹਾਰਾਜ ਨੇ ਹਮੇਸ਼ਾ ਇਸ ਵਿਚਾਰ ਨੂੰ ਪਹਿਲ ਦੇ ਆਧਾਰ ਉੱਤੇ ਰੱਖਿਆ। ਇਹ ਵੀ ਤੇ ਰੱਬ ਦੇ ਬੰਦੇ ਹੀ ਹਨ, ਇਹ ਵੀ ਤਾਂ ਇਸ ਸੰਸਾਰ ਦਾ, ਸਮਾਜ ਦਾ ਹਿੱਸਾ ਹੀ ਹਨ, ਇਹ ਵੀ ਤਾਂ ਕਿਸੇ ਨਾ ਕਿਸੇ ਦੇ ਕੁਝ ਲੱਗਦੇ ਨੇ, ਇਹ ਵੀ ਤਾਂ ਸਾਡੇ ਵਰਗੇ ਨੇ, ਗੁੰਮਰਾਹ ਹੋ ਗਏ ਨੇ, ਗਲਤ ਪਾਸੇ ਤੁਰ ਪਏ ਨੇ, ਭਰਮਾਂ ਵਿੱਚ ਉਲਝ ਗਏ ਨੇ, ਵਹਿਮਾਂ 'ਚ ਪੈ ਗਏ ਨੇ, ਕਰਮ ਕਾਂਡਾਂ 'ਚ ਪਏ ਨੇ, ਮਨਮਤਾਂ 'ਚ ਪਏ ਨੇ, ਪਾਪ ਕਰਦੇ ਨੇ, ਬੁਰੇ ਰਾਹ ਤੇ ਤੁਰ ਪਏ ਨੇ। ਚਲੋ ਦਇਆ ਤੇ ਪਿਆਰ ਦੇ ਨਾਲ ਇਹਨਾਂ ਨੂੰ ਆਪਣੇ ਸਰੀਰ ਦੇ ਅੰਗ ਵਾਂਗ ਬਦਲੀਏ, ਠੀਕ ਕਰੀਏ, ਤਬਦੀਲ ਕਰਨ ਦੀ ਕੋਸ਼ਿਸ਼ ਕਰ ਵੇਖੀਏ। ਅਗਰ ਬਦਲ ਗਏ ਤਾਂ ਚਲੋ ਇਹਨਾਂ ਦਾ ਜੀਵਨ ਵੀ ਸਵਰੇਗਾ ਔਰ ਜਿਹੜੇ ਇਹਨਾਂ ਦੀ ਵਜ੍ਹਾ ਕਰਕੇ ਚਾਰ ਚੁਫੇਰੇ ਲੋਕ ਦੁਖੀ ਨੇ ਉਹ ਵੀ ਵਿਚਾਰੇ ਸੁਖੀ ਹੋ ਜਾਣ। ਇੱਕ ਬੁਰੇ ਆਦਮੀ ਦੇ ਬਦਲ ਜਾਣ ਨਾਲ ਸੈਂਕੜੇ ਜ਼ਿੰਦਗੀਆਂ ਬਦਲ ਜਾਂਦੀਆਂ ਨੇ। ਧਿਆਨ ਦੇਣਾ, ਇੱਕ ਆਦਮੀ ਦੇ ਵਿਗੜ ਜਾਣ ਨਾਲ ਸੈਂਕੜੇ ਜ਼ਿੰਦਗੀਆਂ ਵਿਗੜ ਜਾਂਦੀਆਂ ਨੇ। ਕਿਉਂਕਿ ਅਸੀਂ ਸਮਾਜ ਵਿੱਚ ਰਹਿਣ ਵਾਲੇ ਹਾਂ, ਦੁਨੀਆ ਵਿੱਚ ਰਹਿਣ ਵਾਲੇ, ਸਾਡਾ ਹਰ ਕਰਮ ਦੂਜੇ ਨੂੰ ਪ੍ਰਭਾਵਿਤ ਕਰਦਾ। ਚੰਗੇ ਦਾ ਅਸਰ ਵੀ ਆਲੇ ਦੁਆਲੇ ਪੈਂਦਾ, ਮਾੜੇ ਦਾ ਅਸਰ ਵੀ ਆਲੇ ਦੁਆਲੇ ਪੈਂਦਾ। ਤਾਂ ਮੈਂ ਹਮੇਸ਼ਾ ਇਹ ਗੱਲ ਸੰਗਤ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਦਾ। ਪਰਸਨਲ ਲਾਈਫ ਅਸੀਂ ਕਹਿੰਦੇ ਹਾਂ ਮੇਰਾ ਨਿੱਜੀ ਜੀਵਨ ਦਰਅਸਲ ਸਾਡੇ ਨਿੱਜੀ ਜੀਵਨ ਦਾ ਪ੍ਰਭਾਵ ਵੀ ਦੂਸਰਿਆਂ ਉੱਤੇ, ਘੱਟੋ ਘੱਟ ਸਾਡੇ ਪਰਿਵਾਰ ਉੱਤੇ ਤਾਂ ਪੈਂਦਾ ਹੀ ਪੈਂਦਾ ਹੈ ਨਾ, ਅਸੀਂ ਪਰਿਵਾਰਾਂ ਵਾਲੇ ਹੁੰਦੇ ਹਾਂ। ਤੋ ਸਤਿਗੁਰੂ ਜੀ ਆਖਦੇ ਘਟ ਘਟ ਵਾਜੈ ਨਾਦ। ਜੋਗੀ ਕਿਸੇ ਵੀ ਦਰਵਾਜ਼ੇ ਤੇ ਜਾਏ ਤਾਂ ਨਾਦ, ਸਿੰਗੀ ਵਜਾਇਆ ਕਰਦਾ ਸੀ।
ਹੁਣ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਹੇ ਜੋਗੀ, ਕੇਵਲ ਇਹ ਆਵਾਜ਼ਾਂ ਵਜਾਉਂਦਿਆਂ, ਸਿੰਗੀ ਵਜਾਉਂਦਿਆਂ ਹੀ ਨਾ ਜ਼ਿੰਦਗੀ ਕੱਢ ਦਈ, ਕਿਤੇ ਇਹਦੀ ਆਵਾਜ਼ ਵਿੱਚ ਹੀ ਨਾ ਗਵਾਚਿਆ ਰਹੀ ਤੇ ਸ਼ਰਧਾਲੂਆਂ ਨੂੰ ਇਹਦੀ ਆਵਾਜ਼ ਦਾ ਹੀ ਨਾ ਕਾਇਲ ਕਰਦਾ ਰਹੀ। ਘਟ ਘਟ ਅੰਦਰ, ਹਰ ਹਿਰਦੇ ਦੇ ਅੰਦਰ ਵਾਹਿਗੁਰੂ ਦੇ ਬਖਸ਼ੇ ਹੋਏ ਜੀਵਨ ਤੇ ਵਿਚਾਰਾਂ ਦੀ ਰੌਂ ਚੱਲ ਰਹੀ ਹੈ, ਭਾਵਨਾਵਾਂ ਦੀ ਰੌਂ ਚੱਲ ਰਹੀ, ਜਜ਼ਬਾਤਾਂ ਦੀ ਰੌਂ ਚੱਲ ਰਹੀ ਹੈ। ਵੇਖੋ ਨਾ ਜੀਵਨ ਕਿੰਨਾ ਖੂਬਸੂਰਤ ਹੈ। ਕੱਲਾ ਸਰੀਰ ਨੂੰ ਸਾਹ ਆ ਰਹੇ ਨੇ, ਇਹੋ ਹੀ ਜ਼ਿੰਦਗੀ ਥੋੜ੍ਹਾ। ਸਰੀਰ ਜਿਉਂਦਾ ਹੈ ਸਾਹਾਂ ਦੇ ਆਸਰੇ ਦੇ ਉੱਤੇ, ਜ਼ਿੰਦਗੀ ਚੱਲ ਰਹੀ ਹੈ। ਭੋਜਨ ਪਦਾਰਥ ਨਾਲ ਸਰੀਰ ਦੀਆਂ ਲੋੜਾਂ ਐਨਰਜੀ ਵਾਸਤੇ ਪੂਰੀਆਂ ਹੋ ਰਹੀਆਂ, ਸਰੀਰ ਚੱਲ ਰਿਹਾ। ਇੱਕ ਮਸ਼ੀਨ ਚੱਲ ਰਹੀ ਹੈ ਜਿਹਨੂੰ ਸਾਹਾਂ ਦੀ ਲੋੜ ਹੈ, ਹਵਾ ਦੀ ਲੋੜ ਹੈ, ਪਾਣੀ ਦੀ ਲੋੜ ਹੈ, ਭੋਜਨ ਦੀ ਲੋੜ ਹੈ, ਵਸਤਰਾਂ ਦੀ ਲੋੜ ਹੈ। ਪਰ ਜ਼ਿੰਦਗੀ ਲਈ ਇੱਕ ਚੰਗੇ ਮਾਹੌਲ ਦੀ ਵੀ ਲੋੜ ਹੈ। ਜੀਵਨ ਵਾਸਤੇ ਚੰਗੇ ਅੰਦਰ ਜਜ਼ਬਾਤ ਵੀ ਕੁਦਰਤ ਨੇ ਪਾਏ, ਭਾਵਨਾਵਾਂ ਵੀ ਸਾਡੇ ਅੰਦਰ ਪਾਈਆਂ, ਵਲਵਲੇ ਪਾਏ ਨੇ ਕਈ ਤਰ੍ਹਾਂ ਦਾ। ਇਹ ਜੀਵਨ ਹੈ, ਰਲ ਮਿਲ ਕੇ ਦੇਖੋ ਜੀਵਨ ਦਾ ਕਿੰਨਾ ਸੋਹਣਾ ਅਕਾਲ ਪੁਰਖ ਵਾਹਿਗੁਰੂ ਨੇ ਰਚਨ ਰਚਿਆ। ਇਹਦੀ ਸਿਰਜਣਹਾਰ ਨੇ ਕਿਸ ਤਰ੍ਹਾਂ ਸਿਰਜਣਾ ਕੀਤੀ, ਕਿਹੋ ਜਿਹੀਆਂ ਬੰਦੇ ਅੰਦਰ ਸਦਰਾਂ ਨੇ, ਵਲਵਲੇ ਉੱਠਦੇ ਨੇ, ਜਜ਼ਬਾਤ ਉੱਠਦੇ ਨੇ, ਭਾਵਨਾਵਾਂ ਦੇ ਵੇਗ ਉੱਠਦੇ ਨੇ। ਜੀਵਨ ਖੂਬਸੂਰਤ ਤੇ ਰੰਗ ਰੰਗੀਲਾ ਬਣਾਇਆ ਹੋਇਆ ਉਸ ਅਕਾਲ ਪੁਰਖ ਵਾਹਿਗੁਰੂ ਨੇ। ਕਈ ਭਾਂਤਾਂ ਦੇ ਰੰਗ ਬਖੇਰ ਰੱਖੇ ਨੇ ਜੀਵਨ ਦੇ ਅੰਦਰ, ਪਰ ਕਠੋਰ ਦਿਲ ਆਦਮੀ ਇਹਨਾਂ ਗੱਲਾਂ ਨੂੰ ਜਾਣ ਨਹੀਂ ਸਕੇਗਾ। ਇਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ, ਅੱਖਰ ਕਾ ਭਿਓ ਨਾ ਲਹੰਤ। ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਨੇ, ਇਕਨਾਂ ਨੂੰ ਕਿਸੇ ਕੋਮਲ ਕਲਾ, ਕਿਸੇ ਕੋਮਲ ਹੁਨਰ ਦੀ ਸੋਝੀ ਨਹੀਂ ਹੈ। ਇਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ, ਅੱਖਰ ਕਾ ਭਿਓ ਨਾ ਲਹੰਤ। ਉਹਨਾਂ ਨੂੰ ਕੋਈ ਸੋਝੀ ਨਹੀਂ ਕਿਸੇ ਕੋਮਲ ਕਲਾ ਦੀ, ਕਿਸੇ ਕੋਮਲ ਜਜ਼ਬਾਤ ਦੀ, ਕਿਸੇ ਕੋਮਲ ਭਾਵਨਾ ਦੀ। ਉਹ ਹਰ ਇੱਕ ਚੀਜ਼ ਨੂੰ ਅਣਦੇਖਿਆ ਕਰਦੇ ਨੇ ਔਰ ਆਪਣੇ ਤਰਕ ਉੱਤੇ ਹੀ ਜਿਉਂਦੇ ਨੇ, ਕੇਵਲ ਆਪਣੀ ਫੋਕੜ ਦਲੀਲ ਉੱਤੇ ਜਿਉਂਦੇ ਨੇ ਔਰ ਪੱਥਰ ਤੇ ਕਮਜ਼ੋਰ ਹੋਣ ਦੇ ਵਿੱਚ ਹੀ ਆਪਣੀ ਭਲਾਈ ਸਮਝ ਬੈਠਦੇ ਹਨ। ਸੋ ਉਹਨਾਂ ਦਾ ਆਪਣਾ ਸੁਭਾਅ ਹੈ। ਗਰੀਬ ਨਵਾਜ ਪਾਤਸ਼ਾਹ ਜੀ ਬਖਸ਼ਿਸ਼ ਕਰਦਿਆਂ ਕਹਿੰਦੇ ਨੇ, ਹੇ ਜੋਗੀ, ਵੇਖ ਘਟ ਘਟ ਅੰਦਰ, ਹਰ ਜੀਵਨ ਅੰਦਰ, ਹਰ ਸਰੀਰ ਅੰਦਰ, ਹਰ ਹਿਰਦੇ ਦੇ ਅੰਦਰ ਜੀਵਨ ਦੀ ਰੌਂ ਉਸ ਵਾਹਿਗੁਰੂ ਦੀ ਚੱਲ ਰਹੀ। ਇਹ ਵੀ ਇੱਕ ਨਾਦ ਏ, ਕਿੱਡਾ ਸੁੰਦਰ ਆਵਾਜ਼, ਨਾਦ, ਸੰਗੀਤ ਕੁਦਰਤ ਦਾ, ਕਰਤੇ ਦਾ ਹਰ ਜਗ੍ਹਾ ਤੇ ਗੂੰਜ ਰਿਹਾ ਹੈ। ਕਦੇ ਇਸ ਵੱਲ ਵੀ ਧਿਆਨ ਦੇ, ਜਿਹੋ ਜਿਹਾ ਤੇਰਾ ਜੀਵਨ ਹੈ ਤੈਨੂੰ ਆਪਣੇ ਵਰਗਾ ਹੀ ਦੂਸਰਿਆਂ ਦਾ ਜੀਵਨ ਨਜ਼ਰ ਆਏਗਾ। ਫਿਰ ਇੱਕ ਜੀਵਨ ਵਾਲਾ ਦੂਸਰੇ ਜੀਵਨ ਨਾਲ ਈਰਖਾ ਕਿਵੇਂ ਕਰ ਸਕਦਾ ਹੈ, ਨਫ਼ਰਤ ਕਿਵੇਂ ਕਰ ਸਕਦਾ ਹੈ, ਉਸ ਨੂੰ ਆਪਣੇ ਆਪ ਤੋਂ ਨੀਵਾਂ ਹੀਣਾ ਕਿਵੇਂ ਸਮਝ ਸਕਦਾ ਹੈ, ਉਸ ਨੂੰ ਆਪਣੇ ਆਪ ਤੋਂ ਘਟੀਆ ਕਿਵੇਂ ਸਮਝ ਸਕਦਾ ਹੈ। ਅਗਰ ਉਹ ਨਾਦ ਮਨੁੱਖ ਮਹਿਸੂਸ ਕਰੇਗਾ ਵੀ ਮੇਰੇ ਅੰਦਰ ਜਿਹੋ ਜੀ ਜੀਵਨ ਰੌਂ ਚੱਲ ਰਹੀ ਹੈ ਦੂਸਰੇ ਅੰਦਰ ਵੀ ਚੱਲ ਰਹੀ ਹੈ, ਤਾਂ ਤਦੋਂ ਫਿਰ ਮਨੁੱਖ ਅਕਾਲ ਪੁਰਖ ਦਾ ਸ਼ੁਕਰ ਕਰਦਿਆਂ ਹੋਇਆ ਆਖੇਗਾ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੈ ਨਾ ਦਿਸੈ ਬਾਹਰਾ ਜੀਓ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਆਪ ਨਾਥ। ਜੋਗੀਆਂ ਦੇ ਅੰਦਰ ਜਿਹੜਾ ਇੱਕ ਜਥੇ ਦਾ, ਇੱਕ ਫਿਰਕੇ ਦਾ ਜਾਂ ਸੰਪਰਦਾਇ ਦਾ ਜਿਹੜਾ ਮੁਖੀ ਹੁੰਦਾ ਹੈ, ਮੁਖੀ ਜੋਗੀ, ਉਹਨੂੰ ਨਾਥ ਕਹਿੰਦੇ ਹਨ। ਪੁੱਗਿਆ ਹੋਇਆ ਉਹ ਜੋਗੀ ਜਿਹੜਾ ਆਗੂ ਹੈ, ਜਿਹੜਾ ਉਸ ਫਿਰਕੇ ਦਾ ਗੁਰੂ, ਜਿਹੜਾ ਦੀਖਿਆ ਦਿੰਦਾ ਨਾਥ, ਉਸ ਨੂੰ ਹੀ ਮੱਥਾ ਟੇਕਿਆ ਜਾਂਦਾ ਹੈ, ਉਸ ਦੀ ਹੀ ਹਰ ਗੱਲ ਮੰਨੀ ਜਾਂਦੀ ਔਰ ਉਸ ਦੇ ਦੁਆਲੇ ਹੀ ਉਹਨਾਂ ਦਾ ਸਾਰਾ ਕਰਮ ਧਰਮ ਜਿਹੜਾ ਉਹ ਭੁਗਤਦਾ ਹੈ, ਉਹਨੂੰ ਧੁਰਾ ਮੰਨ ਲਿਆ। ਗੋਰਖ ਨੂੰ ਜਿਵੇਂ ਜੋਗੀਆਂ ਨੇ ਆਪਣਾ ਗੁਰੂ ਤਸਲੀਮ ਤੇ ਪ੍ਰਵਾਨ ਕਰ ਲਿਆ ਔਰ ਇਸ ਢੰਗ ਨਾਲ ਗੁਰੂ ਤਾਂ ਬਾਣੀ ਦੇ ਵਿੱਚ ਵੀ ਇਹ ਕਹਿੰਦੇ ਨੇ, ਬਾਬਾ ਗੋਰਖ ਜਾਗੈ, ਗੋਰਖ ਸੋ ਜਨ ਗੋਏ ਉਠਾਲੀ, ਕਰਤੇ ਬਾਰ ਨਾ ਲਾਗੈ। ਮੇਰਾ ਗੋਰਖ ਪਤਾ ਕੌਣ ਹੈ, ਜਿਹਨੇ ਸਾਰੀ ਸ੍ਰਿਸ਼ਟੀ ਨੂੰ, ਸਾਰੀ ਧਰਤੀ ਨੂੰ, ਸਾਰੇ ਜੀਵਾਂ ਨੂੰ ਜੀਵਨ ਦਾਨ ਦਿੱਤਾ ਹੋਇਆ। ਉਹ ਅਕਾਲ ਪੁਰਖ ਵਾਹਿਗੁਰੂ ਹੀ ਮੇਰਾ ਅਸਲ ਗੋਰਖ ਹੈ। ਮੈਂ ਕਿਸੇ ਸਰੀਰਧਾਰੀ ਹੋਰ ਗੋਰਖ ਦੀ ਪੂਜਾ ਨਹੀਂ ਕਰਦਾ, ਮੈਂ ਉਸ ਨੂੰ ਹੀ ਹਰ ਇੱਕ ਸਚਾਈ ਨਹੀਂ ਮੰਨਦਾ। ਮੈਂ ਉਸ ਕਰਤੇ ਅਕਾਲ ਜਿਹਨੇ ਪੈਦਾ ਕੀਤਾ ਸਾਰੀ ਖਲਕਤ ਨੂੰ, ਜਿਹੜਾ ਧਰਤੀ ਦਾ, ਸ੍ਰਿਸ਼ਟੀ ਦਾ ਆਸਰਾ ਹੈ, ਪਾਲਣਹਾਰ ਹੈ, ਰੋਜ਼ੀ ਦਾਤਾ, ਜੋ ਸਭ ਕੁਝ ਪੈਦਾ ਕਰਦਾ, ਉਹ ਸਿਰਜਣਹਾਰ ਵਾਹਿਗੁਰੂ। ਗੋਰਖ ਸੋ ਜਿਨ ਗੋਏ ਉਠਾਲੀ, ਕਰਤੇ ਬਾਰ ਨਾ ਲਾਗੈ। ਇਸ ਕਰਕੇ ਮੈਂ ਕਿਸੇ ਹੋਰ ਦਾ ਪੁਜਾਰੀ ਨਹੀਂ, ਇੱਕ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਹੀ ਓਟ ਆਸਰਾ ਰੱਖਦਾ ਹਾਂ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਜੋਗੀ, ਵੇਖ ਇੱਕ ਐਸਾ ਨਾਥ ਵੀ ਹੈ, ਤੂੰ ਕੇਵਲ ਇੱਕ ਸਰੀਰਧਾਰੀ ਆਦਮੀ ਦੇ ਉੱਤੇ ਹੀ ਟਿਕਿਆ। ਵੇਖ ਇੱਕ ਐਸਾ ਨਾਥ ਵੀ ਹੈ ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਨੱਥਿਆ ਹੋਇਆ। ਕਿਉਂਕਿ ਇੱਕ ਫਿਰਕੇ ਦਾ, ਇੱਕ ਸੰਪਰਦਾਇ ਦਾ ਇੱਕ ਆਗੂ ਜਿਹੜਾ ਸੀ ਨਾ, ਉਹਦੇ ਮੁਤਾਬਕ, ਉਹਦੀ ਮਰਿਆਦਾ ਮੁਤਾਬਕ ਹੀ ਬਾਕੀ ਸਾਰੇ ਜਥੇ ਨੂੰ, ਸਾਰੀ ਉਹਨਾਂ ਦੀ ਮੰਡਲੀ ਨੂੰ, ਜੋਗੀਆਂ ਦੀ ਨੂੰ ਚੱਲਣਾ ਪੈਂਦਾ। ਜਿਹੜਾ ਨਾ ਮੰਨਦਾ ਅਸੂਲ, ਉਹਨੂੰ ਆਪਣੀ ਮੰਡਲੀ ਚੋਂ ਬਾਹਰ ਕੱਢ ਦਿੱਤਾ ਜਾਂਦਾ। ਗੁਰੂ ਸਾਹਿਬ ਬੜਾ ਸੁੰਦਰ ਪ੍ਰਤੀਕ ਵਰਦੇ, ਕਹਿੰਦੇ ਨਾਥ ਕੌਣ ਹੈ? ਅਕਾਲ ਪੁਰਖ ਵਾਹਿਗੁਰੂ। ਤਾਂ ਸਭਨਾਂ ਦਾ ਆਗੂ, ਸਭਨਾਂ ਦਾ ਸਿਰਮੌਰ, ਤੇ ਉਸ ਦੇ ਬਣਾਏ ਹੋਏ ਨਿਯਮ ਦੇ ਵਿੱਚ ਸਾਰੀ ਸ੍ਰਿਸ਼ਟੀ ਉਹਨੇ ਆਪਣੀ ਮਰਿਆਦਾ ਵਿੱਚ ਚਲਾਈ ਹੋਈ ਹੈ। ਜਿਵੇਂ ਇੱਕ ਸੰਪਰਦਾਇ ਦਾ ਆਗੂ ਆਪਣੀ ਮਰਿਆਦਾ ਦੇ ਵਿੱਚ ਆਪਣੀ ਸੰਪਰਦਾਇ ਦੇ ਸ਼ਰਧਾਲੂਆਂ, ਪੁਜਾਰੀਆਂ ਨੂੰ ਚਲਾ ਰਿਹਾ, ਇਵੇਂ ਅਕਾਲ ਪੁਰਖ ਵਾਹਿਗੁਰੂ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਤੇ ਉਹ ਆਪਣੇ ਹੁਕਮ ਦੇ ਵਿੱਚ ਸਾਰੀ ਸ੍ਰਿਸ਼ਟੀ ਨੂੰ ਚਲਾ। ਨਾਥੀ ਦਾ ਅਰਥ ਹੈ ਕੰਟਰੋਲ ਕੀਤੀ ਹੋਈ, ਨੱਥ ਕੇ ਰੱਖੀ ਹੋਈ, ਆਪਣੇ ਕੰਟਰੋਲ ਵਿੱਚ ਰੱਖੀ ਹੈ ਜਿਸ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਖਦੇ, ਆਪ ਨਾਥ
ਮਾਲਕ ਆਪ ਹੈ ਅਕਾਲ ਪੁਰਖ ਵਾਹਿਗੁਰੂ, ਨਾਥੀ ਸਭ ਜਾ ਕੀ। ਇਹ ਸਾਰੀ ਸ੍ਰਿਸ਼ਟੀ ਜਿਸ ਦੀ ਨੱਥੀ, ਜਿਸ ਦੀ ਕੰਟਰੋਲ ਕੀਤੀ ਹੋਈ ਹੈ, ਸਤਿਗੁਰੂ ਆਖਦੇ ਰਿੱਧ ਸਿੱਧ ਅਵਰਾਂ ਸਾਧ। ਇਸ ਕਰਕੇ ਹੇ ਜੋਗੀ, ਇਹ ਜਿਹੜੇ ਤੂੰ ਰਿੱਧੀਆਂ ਔਰ ਸਿੱਧੀਆਂ ਨੂੰ ਆਪਣੀ ਜ਼ਿੰਦਗੀ ਦਾ ਪੜਾਅ ਸਮਝਦਾ ਹੈ, ਜੋਗੀਆਂ ਦੇ ਵਿੱਚ ਰਿੱਧੀਆਂ ਸਿੱਧੀਆਂ ਨੇ ਸਾਡੇ ਕੋਲ, ਔਰ ਇਹਨਾਂ ਦੇ ਹੋਣ ਦਾ ਉਹ ਦਾਅਵਾ ਬੜੇ ਵੱਡੇ ਤੌਰ ਉੱਤੇ ਕਰਿਆ ਕਰਦੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ 8 ਵੱਡੀਆਂ ਸਿੱਧੀਆਂ ਮੰਨੀਆਂ ਗਈਆਂ ਨੇ ਔਰ ਰਿੱਧੀਆਂ ਵਡਿਆਈ ਪ੍ਰਤਾਪ ਮੰਨਿਆ ਗਿਆ। ਇਹ ਸਾਰੀਆਂ ਗੱਲਾਂ ਜੋਗ ਮਤ ਦੀ ਥਿਊਰੀ ਦੇ ਵਿੱਚ ਅੰਕਿਤ ਨੇ ਔਰ ਜੋਗੀਆਂ ਨੇ ਸਦੀਆਂ ਤੋਂ ਲੈ ਕੇ ਅੱਜ ਤੱਕ ਇਹਨਾਂ ਗੱਲਾਂ ਦਾ ਜਿਹੜਾ ਹੈ ਉਹ ਪ੍ਰਚਲਨ ਕੀਤਾ ਹੋਇਆ। ਗੁਰੂ ਦਾਤਾਰ ਜੀ ਕੇਵਲ ਇਤਨਾ ਆਖਦੇ ਨੇ, ਹੇ ਜੋਗੀ, ਉਹਦੇ ਕਰਤੇ ਦੇ ਹੁਕਮ ਤੋਂ, ਜੋ ਕੁਦਰਤ ਦੇ ਨਿਯਮ ਨੇ, ਜੋ ਲਾਅ ਆਫ ਨੇਚਰ ਹੈ, ਜੋ ਕਰਤੇ ਦਾ ਭਾਣਾ ਹੈ, ਜੋ ਉਸ ਦੀ ਕੁਦਰਤੀ ਰਜ਼ਾ ਹੈ, ਜੋ ਕੁਦਰਤ ਦਾ ਇੱਕ ਨੇਮ ਹੈ, ਉਸ ਨੇਮ ਨੂੰ ਕੋਈ ਨਹੀਂ ਤੋੜ ਸਕਦਾ। ਉਹ ਨੇਮ ਭੰਗ ਨਹੀਂ ਹੋ ਸਕਦੇ। ਜਿਉਂ-ਜਿਉਂ ਮਨੁੱਖ ਕੁਦਰਤ ਦੀ ਖੋਜ ਵਿੱਚ ਲੱਗਦਾ, ਕੁਦਰਤ ਵਾਲੇ ਪਾਸੇ ਜਿੰਨਾ ਕੁ ਜਾਣਦਾ ਉਨਾ ਕੁ ਹੈਰਾਨ ਹੁੰਦਾ ਵੀ ਵਾਹ, ਕੁਦਰਤ ਦੀ ਹਰ ਇੱਕ ਚੀਜ਼ ਕਿੰਨੀ ਨਿਯਮਬੱਧ ਹੈ, ਕਿੰਨੀ ਨਿਯਮ ਵਿੱਚ ਹੈ। ਉਹ ਸਦਕੇ ਜਾਂਦਾ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਇਸ ਕਰਕੇ ਹੇ ਜੋਗੀ, ਆਪਣੀਆਂ ਰਿੱਧੀਆਂ ਤੇ ਸਿੱਧੀਆਂ ਦੇ ਝੂਠੇ ਔਰ ਫੋਕੇ ਦਾਅਵੇ ਕਰਨ ਦੀ ਬਜਾਏ ਔਰ ਲੋਕਾਂ ਨੂੰ ਇਹਨਾਂ ਭੁਲੇਖਿਆਂ ਦੇ ਵਿੱਚ ਪਾ ਕੇ ਆਪਣੇ ਪੁਜਾਰੀ ਬਣਾਉਣ ਦੀ ਬਜਾਏ, ਸ਼ਰਧਾਲੂ ਬਣਾਉਣ ਦੀ ਬਜਾਏ, ਆਪਣੇ ਆਪ ਨੂੰ ਵਡਿਆਉਣ ਦੀ ਬਜਾਏ, ਤੂੰ ਉਸ ਕਰਤੇ ਦੀ ਰਜ਼ਾ ਉਤੇ ਰਾਜ਼ੀ ਰਹਿ ਔਰ ਉਸ ਨਾਥ ਦੇ ਇਸ ਹੁਕਮ ਦੇ ਪਸਾਰੇ ਨੂੰ ਮਹਿਸੂਸ ਕਰਕੇ ਵੇਖ। ਤੇ ਗੁਰੂ ਦਾਤਾ ਜੀ ਕਹਿੰਦੇ, ਸੰਜੋਗ ਵਿਜੋਗ ਦੋਏ ਕਾਰ ਚਲਾਵੇਂ। ਸੰਜੋਗ ਦਾ ਅਰਥ ਗੁਰੂ ਪਿਆਰਿਓ ਹੁੰਦਾ ਹੈ ਮਿਲਾਪ ਹੋਣਾ, ਤੇ ਵਿਜੋਗ ਦਾ ਅਰਥ ਹੁੰਦਾ ਹੈ ਵਿਛੋੜਾ ਹੋਣਾ। ਪਰ ਇਹ ਜੋਗੀ, ਇੱਕ ਗੱਲ ਦਾ ਖਿਆਲ ਰੱਖ, ਇਹ 2 ਅਸੂਲ ਨੇ, 2 ਵੱਡੇ ਨਿਯਮ ਨੇ ਜੋ ਸਾਰੀ ਕਾਇਨਾਤ ਵਿੱਚ ਚੱਲ ਰਹੇ। ਅਸੀਂ ਦੇਖਦੇ ਹਾਂ ਸਾਡਾ ਸਰੀਰ ਵੀ ਨਾ, ਵੈਸੇ ਬਾਣੀ ਨੇ ਕਿਹਾ 5 ਤੱਤਾਂ ਦਾ ਪੁਤਲਾ ਹੈ, ਇਸ ਵਿੱਚ ਸਾਹ ਨੇ। ਹੁਣ ਸਾਹ ਦਾ ਤੇ ਸਰੀਰ ਦਾ ਸੰਯੋਗ ਬਣਿਆ ਹੋਇਆ ਨਾ, ਮੇਲ ਬਣਿਆ ਹੋਇਆ ਤਾਂ ਜੀਵਨ ਚੱਲਿਆ। ਅਗਰ ਵਿਛੋੜਾ ਹੋ ਜਾਏਗਾ ਦੋਵਾਂ ਚੀਜ਼ਾਂ ਦਾ, ਸਾਹ ਦਾ, ਸਾਡੇ ਸਰੀਰ ਦਾ ਤਾਲਮੇਲ ਉਖੜ ਗਿਆ, ਵਿਜੋਗ ਹੋ ਗਿਆ। ਮਿਲਾਪ ਤੇ ਵਿਛੋੜਾ, ਸੰਯੋਗ ਤੇ ਵਿਜੋਗ। ਅੱਜ ਦੀ ਵਿਗਿਆਨਕ ਖੋਜ ਵੀ 2 ਚੀਜ਼ਾਂ ਦੀ ਜੁੜਤ ਕਰਦੀ, ਇਕੱਠੀਆਂ ਕਰਦੀ ਹੈ ਤੇ ਇੱਕ ਨਵੀਂ ਚੀਜ਼ ਈਜਾਦ ਕਰਦੀ ਹੈ। ਅਗਰ ਉਹਨਾਂ 2 ਚੀਜ਼ਾਂ ਨੂੰ ਜੁਦਾ-ਜੁਦਾ ਕਰ ਦਿੱਤਾ ਜਾਏ, ਵਿਛੋੜਾ ਹੈ, ਵਿਛੋੜੇ ਦੇ ਵਿੱਚ ਵੀ ਰਿਐਕਸ਼ਨ ਹੈ, ਮਿਲਾਪ ਦੇ ਵਿੱਚ ਵੀ ਰਿਐਕਸ਼ਨ ਹੈ। ਹੁਣ ਗੁਰੂ ਮਹਾਰਾਜ ਕਹਿੰਦੇ ਨੇ, ਹੇ ਜੋਗੀ, ਜੇ ਤਾਂ ਸੁਰਤ ਲੱਗੀਏ ਮਾਇਆ ਵਿੱਚ ਤੇ ਵਿਜੋਗ ਹੈ ਰੱਬ ਨਾਲੋਂ, ਤੇ ਜੇ ਸੁਰਤ ਅਕਾਲ ਪੁਰਖ ਵਾਹਿਗੁਰੂ ਨਾਲ ਜੋੜ ਲਈ ਤੇ ਮਾਇਆ ਨਾਲੋਂ ਵਿਜੋਗ ਪੈ ਗਿਆ, ਫਿਰ ਜੀਵਨ ਧਨ ਹੋ ਗਿਆ। ਭਾਵ ਇਹ ਹੈ ਵੀ ਸਚਾਈ ਵਾਲੇ ਪਾਸੇ ਸੰਯੋਗ ਕਰਨਾ ਤਾਂ ਬੁਰਾਈ ਵਾਲੇ ਪਾਸੇ ਵਿਯੋਗ, ਤੋੜ ਵਿਛੋੜਾ ਕਰਨਾ ਪਏਗਾ। ਹੁਣ ਬੰਦੇ ਨੇ ਜੇ ਨਿਮਰਤਾ ਰੱਖਣੀ ਹੈ ਤੇ ਕਠੋਰਤਾ ਨਾਲੋਂ ਸਾਂਝ ਤੋੜਨੀ ਪਏਗੀ ਨਾ, ਤੇ ਜੇ ਕਠੋਰ ਰਹਿਣਾ ਹੈ ਤੇ ਨਿਮਰਤਾ ਨਾਲੋਂ ਸਾਂਝ ਤੋੜਨੀ ਪਏਗੀ। ਸੁਭਾਵਿਕ ਜਿਹੀ ਗੱਲ ਹੈ। ਚੰਗਿਆਈ ਤੇ ਬੁਰਾਈ ਦੋਵੇਂ ਇੱਕ ਦੂਜੇ ਦੇ ਐਨ ਇਹ ਆਮੋ ਸਾਹਮਣੇ ਖੜੇ ਨੇ। ਹੁਣ ਸਤਿਗੁਰੂ ਪਾਤਸ਼ਾਹ ਕਹਿੰਦੇ, ਇਹ ਸ੍ਰਿਸ਼ਟੀ ਦੀ ਕਿਰਤ ਜਿਹੜੀ ਉਹ 2 ਅਸੂਲ ਕੁਦਰਤ ਦੇ ਚਲਾ ਰਹੇ ਨੇ, ਸੰਜੋਗ ਵਿਜੋਗ ਦੋਏ ਕਾਰ ਚਲਾਵੇਂ। ਸ੍ਰਿਸ਼ਟੀ ਦੀ ਕਾਰ ਚਲਾ ਰਹੇ ਨੇ। ਲੇਖੈ ਆਵੈ ਭਾਗ। ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਵੀ ਸਾਡੇ ਲੇਖੇ ਵਿੱਚ, ਸਾਡੇ ਖਾਤੇ ਵਿੱਚ, ਸਾਡੇ ਹਿੱਸੇ ਵਿੱਚ, ਸਾਡੇ ਕੀਤੇ ਹੋਏ ਕਰਮ ਦੇ ਮੁਤਾਬਕ ਔਰ ਇਸ ਸੰਜੋਗ ਤੇ ਵਿਜੋਗ ਦੀ ਪ੍ਰਕਿਰਿਆ, ਇਸ ਰੱਬੀ ਅਸੂਲ ਤੇ ਹੁਕਮਾਂ ਦੇ ਅਨੁਸਾਰ ਹੀ ਦੁੱਖ ਤੇ ਸੁੱਖ ਆਉਂਦੇ ਹਨ। ਛਾਂਦਾ ਸਾਨੂੰ ਮਿਲਦਾ, ਜਿਵੇਂ ਪੰਗਤ ਵਿੱਚ ਬਹਿ ਜਾਂਦੇ ਸਨ ਨਾ ਲੋੜੀਂਦਾ, ਸਾਰਿਆਂ ਨੂੰ ਛਾਂਦਾ ਜਿਹੜਾ ਸੀ ਉਹ ਮਿਲਦਾ ਸੀ। ਇਸੇ ਢੰਗ ਨਾਲ ਮਹਾਰਾਜ ਕਹਿੰਦੇ ਨੇ, ਸਾਨੂੰ ਸਾਰਿਆਂ ਨੂੰ ਆਪਣੇ ਆਪਣੇ ਹਿੱਸੇ, ਭਾਗ, ਛਾਂਦੇ, ਆਪਣੇ ਆਪਣੇ ਹਿੱਸੇ ਦਾ ਦੁੱਖ ਸੁੱਖ, ਜੋ ਜ਼ਿੰਦਗੀ ਦੀ ਜੋ ਪ੍ਰਕਿਰਿਆ ਹੈ, ਉਹ ਸਾਰੀ ਸਾਨੂੰ ਉਹਦਾ ਰਿਜ਼ਲਟ ਮਿਲ ਰਿਹਾ ਹੈ, ਜੈਸਾ ਅਸੀਂ ਪ੍ਰੋਸੈਸ ਕਰ ਰਹੇ ਹਾਂ। ਜੇ ਅਸੀਂ ਚੰਗੇ ਪਾਸੇ ਵੱਲ ਤੁਰੇ ਹੋਏ ਹਾਂ ਤਾਂ ਵੈਸੀ ਸਾਡੀ ਫੀਲਿੰਗ ਹੈ, ਵੈਸਾ ਹੀ ਸਾਡਾ ਜੀਵਨ ਜਿਉਣ ਦਾ ਢੰਗ ਹੈ ਔਰ ਉਹੋ ਜਿਹੀ ਸਾਡੀ ਜ਼ਿੰਦਗੀ ਦਾ ਪੱਧਰ ਹੈ। ਜੇ ਅਸੀਂ ਬੁਰੇ ਪਾਸੇ ਤੁਰੇ ਹਾਂ, ਉਹੋ ਜਿਹਾ ਸਾਡਾ ਰਿਜ਼ਲਟ ਹੈ ਜ਼ਿੰਦਗੀ ਦਾ, ਉਹੋ ਜਿਹੀ ਸਾਡੀ ਫੀਲਿੰਗ ਹੈ, ਸਾਡੇ ਜਜ਼ਬਾਤ ਨੇ, ਔਰ ਉਹੋ ਜਿਹੀ ਸਾਡੇ ਜੀਵਨ ਦਾ ਪੱਧਰ ਹੈ, ਉਹੋ ਜਿਹੀ ਪ੍ਰਭਾਵ ਹੈ ਸਾਡਾ ਆਲੇ ਦੁਆਲੇ ਉੱਪਰ ਔਰ ਆਲੇ ਦੁਆਲੇ ਦਾ ਸਾਡੇ ਉੱਪਰ। ਭਾਵ ਜਿਸ ਤਰ੍ਹਾਂ ਦੀ ਜ਼ਿੰਦਗੀ ਅਸੀਂ ਜੀ ਰਹੇ ਹਾਂ, ਜਿਹੋ ਜਿਹੇ ਖਿਆਲ, ਜਿਹੋ ਜਿਹੇ ਵਿਚਾਰ ਲੈ ਕੇ, ਜਿਹੋ ਜਿਹਾ ਜੀਵਨ ਰਾਹ ਅਸੀਂ ਲੈ ਲਿਆ, ਵੈਸਾ ਹੀ ਉਸ ਦਾ ਰਿਜ਼ਲਟ ਆਪਣੇ ਆਪ ਸਾਡੇ ਸਾਹਮਣੇ ਆ ਜਾਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ, ਲੇਖੇ ਆਵੈ ਭਾਗ। ਤੋ ਸਤਿਗੁਰੂ ਸੱਚੇ ਪਾਤਸ਼ਾਹ ਇਸ ਪਾਵਨ ਪੌੜੀ ਦੀ ਸਮਾਪਤੀ ਉੱਪਰ, ਜੋ ਇਸ ਤੋਂ ਪਹਿਲੀ ਪੌੜੀ ਦੀ ਸਮਾਪਤੀ ਉੱਪਰ ਸਤਿਗੁਰੂ ਜੀ ਨੇ ਸ਼ਬਦ ਵਰਤੇ, ਉਹੋ ਹੀ ਸ਼ਬਦ ਸਤਿਗੁਰੂ ਜੀ ਇੱਥੇ ਵਰਤਦਿਆਂ ਕਹਿੰਦੇ ਨੇ, ਆਦੇਸ ਤਿਸੈ ਆਦੇਸ, ਮੇਰੀ ਨਮਸਕਾਰ ਹੈ ਤਿਸ ਨੂੰ, ਮੇਰੀ ਨਮਸਕਾਰ ਹੈ। ਹੁਣ ਸਵਾਲ ਹੈ, ਕਿਸ ਨੂੰ ਨਮਸਕਾਰ ਹੈ? ਕਿਸ ਦੇ ਅੱਗੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਮਸਕਾਰ ਕਰਨ ਦੀ ਗੱਲ ਕਰਦੇ ਹਨ, ਝੁਕਣ ਦੀ ਗੱਲ ਕਰਦੇ ਹਨ? ਅਸੀਂ ਤਾਂ ਸੰਸਾਰਿਕ ਜੀਵ ਕਈ ਚੀਜ਼ਾਂ ਅੱਗੇ ਝੁਕਦੇ ਹਾਂ, ਹਰ ਚੀਜ਼ ਜਿਹੜੀ ਜਿਸ ਬਾਬਤ ਸਾਨੂੰ ਭਰਮ ਪੈ ਜਾਏ ਉਹਦੇ ਅੱਗੇ ਝੁਕ ਜਾਂਦੇ ਹਾਂ। ਪਰ ਗੁਰੂ ਸਾਹਿਬ ਕਿਸ ਅੱਗੇ ਝੁਕਣ ਦੀ ਗੱਲ ਕਰਦੇ ਹਨ? ਆਦ, ਜੋ ਸਾਰੀ ਸ੍ਰਿਸ਼ਟੀ ਦਾ ਮੁੱਢ ਹੈ, ਬੇਸ ਹੈ,
ਮੂਲ ਹੈ, ਭਾਵ ਇੱਕ ਅਕਾਲ ਪੁਰਖ ਦੀ ਸੱਤਾ। ਸਤਿਗੁਰੂ ਕਹਿੰਦੇ ਅਨੀਲ, ਜੋ ਪਵਿੱਤਰ ਹਸਤੀ ਹੈ, ਜਿਸ ਵਿੱਚ ਕੋਈ ਦਾਗ ਨਹੀਂ, ਜਿਸ ਵਿੱਚ ਕੋਈ ਮਲੀਨਤਾ ਨਹੀਂ, ਜੋ ਸ਼ੁੱਧ ਸਰੂਪ ਹੈ। ਸਤਿਗੁਰੂ ਆਖਦੇ ਨੇ ਅਨੀਲ ਅਨਾਦ। ਅਨਾਦ ਦਾ ਅਰਥ ਹੁੰਦਾ ਹੈ ਜਿਸ ਦਾ ਆਪਣਾ ਕੋਈ ਮੁੱਢ ਨਹੀਂ ਹੈ, ਜਿਸ ਦਾ ਆਪਣਾ ਕੋਈ ਆਰੰਭ ਨਹੀਂ ਹੈ, ਜੋ ਅਨਾਦੀ ਹੈ, ਭਾਵ ਜਿਸ ਬਾਬਤ ਤੇ ਦਾਵਾ ਨਹੀਂ ਵੀ ਇਹ ਉਦੋਂ ਕਦਾ ਹੈ ਜਾਂ ਇੰਨੇ ਕੁ ਸਮੇਂ ਦਾ, ਜੋ ਆਪ ਅਨਾਦ ਹੈ, ਜੋ ਸ੍ਰਿਸ਼ਟੀ ਦਾ ਤਿਆਦ ਹੈ ਪਰ ਆਪ ਅਨਾਦ ਹੈ, ਕਿਉਂਕਿ ਉਸ ਦਾ ਆਪਣਾ ਕੋਈ ਮੁੱਢ ਕੋਈ ਆਰੰਭ ਨਹੀਂ ਹੈ। ਉਹ ਸਦੀਵ ਕਾਲੀ ਹੈ। ਸਤਿਗੁਰੂ ਕਹਿੰਦੇ ਨੇ ਅਨਾਹਤ। ਹੱਤ ਦਾ ਅਰਥ ਹੁੰਦਾ ਹੈ ਹੱਤਿਆ ਹੋਣੀ, ਨਾਸ਼ ਹੋਣਾ, ਖਤਮ ਹੋਣਾ। ਤੇ ਜਦੋਂ ਇਹਦੇ ਨਾਲ ਸ਼ਬਦ ਅੰਨ ਲੱਗ ਜਾਂਦਾ ਹੈ ਤਾਂ ਉਦੋਂ ਅਰਥ ਬਣ ਜਾਂਦਾ ਹੈ ਜਿਸ ਦੀ ਹੱਤਿਆ ਨਹੀਂ ਹੁੰਦੀ, ਜੋ ਨਾਸ਼ ਨਹੀਂ ਹੁੰਦਾ, ਜੋ ਖਤਮ ਨਹੀਂ ਹੁੰਦਾ, ਜੋ ਮੁੱਕਦਾ ਨਹੀਂ। ਸਤਿਗੁਰੂ ਕਹਿੰਦੇ ਅਨਾਹਤ, ਜੋ ਨਾਸ਼ ਤੋਂ ਰਹਿਤ ਹੈ, ਜੋ ਸਦੀਵ ਕਾਲੀ ਹੈ, ਜੋ ਹਮੇਸ਼ਾ ਵਾਸਤੇ ਹੈ, ਜੋ ਸੱਚ ਹੈ। ਸਤਿਗੁਰੂ ਕਹਿੰਦੇ ਜੁਗ ਜੁਗ ਏਕੋ ਵੇਸ। ਜੁਗ ਦਾ ਅਰਥ ਹੈ ਸਮਾਂ, ਜੋ ਹਰ ਸਮੇਂ ਦੇ ਉੱਤੇ ਇੱਕੋ ਜਿਹਾ ਰਹਿੰਦਾ ਹੈ, ਜਿਸ ਦੀ ਆਪਣੀ ਹਸਤੀ ਦੇ ਅੰਦਰ ਕੋਈ ਫਰਕ ਨਹੀਂ ਪੈਂਦਾ। ਅਸੀਂ ਜੀਵਾਂ ਜਿਵੇਂ ਜਨਮ ਲਏ, ਬਚਪਨਾ ਆਇਆ, ਜਵਾਨੀ ਆਈ, ਅੱਧ ਖੜਤਾ ਆਈ, ਬੁਢੇਪਾ ਆਇਆ, ਖਤਮ ਹੋਏ, ਸਮੇਂ ਦੇ ਪ੍ਰਭਾਵ ਅਧੀਨ ਅਸੀਂ ਕਾਲ ਵਸ ਹਾਂ। ਪਰ ਉਹ ਹੈ ਜੋ ਅਕਾਲ ਹੈ, ਸਮੇਂ ਦੇ ਪ੍ਰਭਾਵ ਤੋਂ ਮੁਕਤ ਹੈ, ਔਰ ਜਿਸ ਦੇ ਸਰੂਪ ਵਿੱਚ, ਭਾਵ ਜਿਸ ਦੀ ਹਸਤੀ ਦੇ ਵਿੱਚ ਕਿਸੇ ਕਿਸਮ ਦਾ ਕੋਈ ਅੰਤਰ ਨਹੀਂ ਹੁੰਦਾ। ਇਹ ਨਹੀਂ ਵੀ ਉਹ ਕੱਲ ਕਿਸੇ ਹੋਰ ਤਰ੍ਹਾਂ ਦਾ ਸੀ, ਅੱਜ ਕੁਝ ਹੋਰ ਹੈ ਤੇ ਕੱਲ ਕੁਝ ਹੋਰ ਹੈ, ਐਸਾ ਨਹੀਂ ਹੈ। ਜਿਸ ਦੀ ਆਪਣੀ ਹਸਤੀ ਇੱਕੋ ਜਿਹੀ ਹਮੇਸ਼ਾ ਰਹਿੰਦੀ ਹੈ, ਜੁਗ ਜੁਗ ਏਕੋ ਵੇਸ। ਐਸੇ ਅਕਾਲ ਪੁਰਖ ਜੀ ਨੂੰ ਮੇਰੀ ਨਮਸਕਾਰ ਹੈ। ਸਤਿਗੁਰੂ ਸੱਚੇ ਪਾਤਸ਼ਾਹ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ। ਸਭਨਾਂ ਦਾ ਧੰਨਵਾਦ। ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।